हेलो एवरीवन, वेलकम टू मेहनती बच्चे। दिस इज साक्षी अग्रवाल। ਅੱਜ ਆਪਾਂ ਮਾਡਰਨ ਹਿਸਟਰੀ ਦੇ ਲੈਕਚਰ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਜੋ ਬਾਕੀ ਦੇ ਇਵੈਂਟਸ ਬਚ ਗਏ ਉਹ ਸਾਰੇ ਦੇਖਾਂਗੇ। ਲਾਸਟ ਟਾਈਮ ਆਪਾਂ ਨੇ ਡਿਸਕਸ ਕੀਤਾ ਸੀ ਡਾਕਟ੍ਰਿਨ ਆਫ ਲੈਪਸ ਦਾ। ਹੁਣ ਅੱਜ ਆਪਾਂ ਡਿਸਕਸ ਕਰਦੇ ਹਾਂ ਲੈਂਡ ਰੈਵਨਿਊ ਸਿਸਟਮ ਕਿ ਬ੍ਰਿਟਿਸ਼ਰਸ ਆ ਜਿਹੜੇ ਉਹ ਕਿਹੜੇ-ਕਿਹੜੇ ਲੈਂਡ ਰੈਵਨਿਊ ਸਿਸਟਮ ਲੈ ਕੇ ਆਏ। ਦੇਖੋ ਇਹਦੇ ਵਿੱਚ ਨਾ ਤਿੰਨ ਤਰ੍ਹਾਂ ਦੇ ਸਿਸਟਮ ਲੈ ਕੇ ਆਏ ਸੀ। ਸਭ ਤੋਂ ਪਹਿਲਾ ਹੈਗਾ ਜ਼ਮੀਨਦਾਰੀ, ओके ਜ਼ਮੀਨਦਾਰੀ ਸਿਸਟਮ। ਜ਼ਮੀਨਦਾਰੀ ਸਿਸਟਮ ਦੇ ਵਿੱਚ ਬੇਸਿਕਲੀ ਕੀ ਸੀਗਾ, ਅਗਰ ਇਹਦੇ ਵਿੱਚ ਕੁਐਸਚਨ ਕੀ ਆਉਂਦੇ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹਨੂੰ ਇੰਟਰੋਡਿਊਸ ਕਿਹਨੇ ਕੀਤਾ। ਇਹ ਜਿਹੜਾ ਸਿਸਟਮ ਸੀ ਇਹਨੂੰ ਇੰਟਰੋਡਿਊਸ ਕੀਤਾ ਕੌਰਨਵਾਲਿਸ ਨੇ, ਠੀਕ ਹੈ, ਤੇ 1793 ਦੇ ਵਿੱਚ ਕੀਤਾ ਥਰੂ ਪਰਮਾਨੈਂਟ ਸੈਟਲਮੈਂਟ ਐਕਟ, ਠੀਕ ਹੈ। ਤੇ ਇਹਨੂੰ ਕਿੱਥੇ-ਕਿੱਥੇ ਇੰਟਰੋਡਿਊਸ ਕੀਤਾ ਗਿਆ ਸੀ ਇਹ ਵੀ ਕੁਐਸਚਨ ਆਉਂਦਾ। ਇਹਨੂੰ ਇੰਟਰੋਡਿਊਸ ਕੀਤਾ ਗਿਆ ਸੀ ਬੰਗਾਲ, ਬਿਹਾਰ, ओडिशा ते वाराणसी, ओके। तो जिहड़ा जमींदारी सिस्टम है इनू एक होर नाम तो जानते हैं परमानेंट सैटलमेंट सिस्टम, परमानेंट सैटलमेंट सिस्टम, ओके। उस तो बाद नैक्सट चीज़ देखो हुण ये वाले सिस्टम दे विच की हुंदा सी कि जिहड़े जमींदार्स हैं, कोई भी लैंड है उहदे ओनर कौन है, जमींदार्स, ठीक है। बट इते काम कौन करूगा, टीनेंट्स या पीजेंट्स, ओके। हुण पीजेंट्स जिहड़े सीगे उन्हां नूं जो भी उन्होंने प्रोड्यूस होते उपर उगाई उहदा कुछ पार्ट जमींदार्स नूं देना पैंदा सी क्योंकि लैंड उन्हां दी है। ते जमींदार्स नूं अपनी ईल्ड दा कुछ पार्ट देना पैंदा सी ब्रिटिशर्स नूं, ओके। देखो जिहड़ा टैक्स सीगा ਜਿਹੜੇ ਜ਼ਮੀਨਦਾਰ ਬ੍ਰਿਟਿਸ਼ਰਸ ਨੂੰ ਪੇ ਕਰਦੇ ਸੀ, ਅਗਰ ਪੂਅਰ ਈਲਡ ਵੀ ਹੋਈ ਹੈ ਵੀ ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਅਗਰ ਕ੍ਰੌਪਸ ਨਹੀਂ ਅੱਛੇ ਤਰੀਕੇ ਨਾਲ ਉਗ ਪਾਈਆਂ ਤਾਂ ਵੀ ਉਹਨਾਂ ਨੂੰ ਟੈਕਸ ਤਾਂ ਦੇਣਾ ਹੀ ਪੈਂਦਾ ਸੀ। ਇਹਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੀ ਵੀ ਅਮਾਉਂਟ ਹੈ ਜੋ ਇਸ ਲੈਂਡ ਤੋਂ ਆਊਗੀ ਉਹਨੂੰ 11 ਪਾਰਟਸ ਦੇ ਵਿੱਚ ਡਿਵਾਈਡ ਕਰ ਲਿੱਤਾ ਜਾਂਦਾ ਸੀ, ਓਕੇ। ਉਹ ਤੋਂ ਬਾਅਦ ਇਹਦੇ ਵਿੱਚ ਕੀ ਸੀਗਾ ਕਿ ਜਿਹੜਾ 1/11th ਸ਼ੇਅਰ ਹੋਊਗਾ ਉਹ ਤਾਂ ਬਿਲੋਂਗ ਕਰੂਗਾ ਜ਼ਮੀਨਦਾਰਸ ਨੂੰ ਤੇ ਬਾਕੀ ਦਾ ਜਿਹੜਾ 10/11 ਸ਼ੇਅਰ ਹੋਊਗਾ ਉਹ ਬਿਲੋਂਗ ਕਰੂਗਾ ਬ੍ਰਿਟਿਸ਼ਰਸ ਨੂੰ, ਦੈਟ ਇਜ਼ ਈਸਟ ਇੰਡੀਆ ਕੰਪਨੀ, ਓਕੇ। ਐਵੇਂ ਸੀ ਇਹ ਵਾਲਾ ਸਿਸਟਮ। ਉਹ ਤੋਂ ਬਾਅਦ ਹੁਣ ਆਪਾਂ ਨੈਕਸਟ ਸਿਸਟਮ ਦੀ ਗੱਲ ਕਰਦੇ ਹਾਂ, ਉਹ ਹੈਗਾ ਰਯੋਟਵਾੜੀ ਸਿਸਟਮ। ਰਯੋਟਵਾੜੀ ਸਿਸਟਮ ਜਿਹੜਾ ਸੀ ਇਹ ਇੰਟਰੋਡਿਊਸ ਕੀਤਾ ਸੀ ਥਾਮਸ ਮੁਨਰੋ ਨੇ, ਓਕੇ। ਤੇ ਪ੍ਰਾਇਮਰੀ ਲੈਂਡ ਰੈਵਨਿਊ ਸਿਸਟਮ ਸੀ ਸਾਊਥ ਇੰਡੀਆ ਦਾ, ਕਿਹੜੇ-ਕਿਹੜੇ ਏਰੀਆਜ਼ ਦੇ ਵਿੱਚ ਸੀ, ਜਿਵੇਂ ਮਦਰਾਸ ਹੋ ਗਿਆ, ਬੰਬੇ ਹੋ ਗਿਆ, ਅਸਾਮ ਹੋ ਗਿਆ, ਕਰੂਗ ਹੋ ਗਿਆ। ਇੱਥੇ ਇਹਨੂੰ ਇੰਟਰੋਡਿਊਸ ਕੀਤਾ ਗਿਆ, ਓਕੇ। ਜਿਹੜਾ ਰਯੋਟਵਾੜੀ ਸਿਸਟਮ ਹੈ ਉਹਦੇ ਵਿੱਚ ਜਿਹੜੇ ਓਨਰਸ਼ਿਪ ਰਾਈਟਸ ਹੈ, ਜਿਵੇਂ ਇਹ ਵਾਲੇ ਸਿਸਟਮ ਦੇ ਵਿੱਚ ਓਨਰਸ਼ਿਪ ਰਾਈਟਸ ਕਿਹਦੇ ਕੋਲ ਸੀਗੇ, ਜ਼ਮੀਨਦਾਰਸ ਕੋਲ ਸੀਗੇ। ਬਟ ਇਹਦੇ ਵਿੱਚ ਜਿਹੜੇ ਓਨਰਸ਼ਿਪ ਰਾਈਟਸ ਹੈ ਉਹ ਪੀਜ਼ੈਂਟਸ ਨੂੰ ਦੇ ਦਿੱਤੇ ਗਏ, ਓਕੇ। ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈ ਮਤਲਬ ਉਹ ਟੈਕਸ ਲੈਂਦੇ ਸੀ ਡਾਇਰੈਕਟਲੀ ਪੀਜ਼ੈਂਟਸ ਤੋਂ, ਜ਼ਮੀਨਦਾਰਸ ਨੂੰ ਉਡਾਤਾ ਵਿੱਚੋਂ, ਬ੍ਰਿਟਿਸ਼ਰਸ ਦੇ ਓਨਰਸ ਦੇ ਵਿੱਚੋਂ, ਓਕੇ। ਹੁਣ ਦੇਖੋ ਰਯੋਟਵਾੜੀ ਸਿਸਟਮ ਦੇ ਵਿੱਚ ਜਿਹੜਾ ਰੈਵਨਿਊ ਰੇਟ ਸੀਗਾ ਉਹ ਕੀ ਸੀ, 50%। ਜਿੱਥੇ ਲੈਂਡ ਡਰਾਈ ਹੋਊਗਾ ਉੱਥੇ ਰੈਵਨਿਊ ਰੇਟ 50% ਹੋਊ, ਜਿੱਥੇ ਲੈਂਡ ਇਰੀਗੇਟਿਡ ਹੋਊਗਾ ਉੱਥੇ ਰੈਵਨਿਊ ਰੇਟ ਸੀ 60%, ਓਕੇ। ਉਹ ਤੋਂ ਬਾਅਦ ਪਰ ਇੱਥੇ ਵੀ ਟੈਕਸ ਜਿਹੜਾ ਸੀ ਬਹੁਤ ਜ਼ਿਆਦਾ ਲੱਗਦਾ ਸੀ। ਅਲਟੀਮੇਟਲੀ ਜਿਹੜੇ ਪੀਜ਼ੈਂਟ ਸੀ ਇੱਥੇ ਵੀ ਉਹਨਾਂ ਦੀ ਕੰਡੀਸ਼ਨ ਕੁਝ ਜ਼ਿਆਦਾ ਅੱਛੀ ਨਹੀਂ ਸੀ। ਜ਼ਮੀਨਦਾਰੀ 'ਚ ਤੁਸੀਂ ਦੇਖ ਹੀ ਰਹੇ ਹੋ ਕਿ ਜ਼ਿਆਦਾਤਰ ਹਿੱਸਾ ਜ਼ਮੀਨਦਾਰ ਲੈ ਜਾਂਦੇ ਸੀ ਤੇ ਉਹਨਾਂ ਤੋਂ ਵੀ ਅੱਗੇ ਹਿੱਸਾ ਬ੍ਰਿਟਿਸ਼ਰਸ ਲੈ ਜਾਂਦੇ ਸੀ। ਪੀਜ਼ੈਂਟਸ ਕੋਲ ਕੁਝ ਬਚਦਾ ਹੀ ਨਹੀਂ ਸੀ। ਉਹ ਤੋਂ ਬਾਅਦ ਜਿਹੜਾ ਨੈਕਸਟ ਸਿਸਟਮ ਹੈ ਇਹ ਹੈਗਾ ਮਹਿਲਵਾੜੀ ਸਿਸਟਮ। ਦੇਖੋ ਹੁਣ ਜਿਹੜਾ ਇਹ ਵਾਲਾ ਸਿਸਟਮ ਹੈ ਇਹ ਵਾਲੇ ਸਿਸਟਮ ਨੂੰ ਇੰਟਰੋਡਿਊਸ ਕੀਤਾ ਸੀ ਹਾਲਟ ਮੈਕਨੇਜ਼ੀ, ਓਕੇ। ਤੇ ਜਿਹੜਾ ਇਹ ਸਿਸਟਮ ਸੀਗਾ ਉਹਨੂੰ ਫਿਰ ਅੱਗੇ ਜਾ ਕੇ ਵਿਲੀਅਮ ਬੈਂਟਿਕ ਨੇ ਇੰਪਰੂਵ ਕੀਤਾ ਸੀ, ਓਕੇ। ਦੇਖੋ ਹੁਣ ਜਿਹੜਾ ਇਹ ਵਾਲਾ ਸਿਸਟਮ ਸੀ ਜਿਵੇਂ ਆਪਾਂ ਨੇ ਰਯੋਟਵਾੜੀ ਪੜ੍ਹਿਆ ਇਹ ਸਾਊਥ ਦੇ ਵਿੱਚ ਮੇਨਲੀ ਇਹਨੂੰ ਅਪਣਾਉਂਦੇ ਸੀ। ਜਿਹੜਾ ਮਹਿਲਵਾੜੀ ਸਿਸਟਮ ਸੀ ਇਹਨੂੰ ਮੇਨਲੀ ਨਾਰਥ ਵੈਸਟ ਮਤਲਬ ਪੰਜਾਬ ਵਾਲੀ ਸਾਈਡ ਤੇ ਇਹਨੂੰ ਅਪਣਾਇਆ ਜਾਂਦਾ ਸੀ, ਓਕੇ। ਅਗਰ ਆਪਾਂ ਦੇਖੀਏ ਕਿ ਇਹਦੇ ਵਿੱਚ ਕਿਹੜੇ-ਕਿਹੜੇ ਏਰੀਆਜ਼ ਆ ਗਏ, ਜਿਵੇਂ ਨਾਰਥ ਵੈਸਟ ਫਰੰਟੀਅਰ ਹੋ ਗਿਆ, ਆਗਰਾ ਹੋ ਗਿਆ, ਪੰਜਾਬ ਹੋ ਗਿਆ, ਗੈਂਗਟਿਕ ਵੈਲੀ ਹੋ ਗਈ। ਹੁਣ ਦੇਖੋ ਇਹਦੇ ਵਿੱਚ ਕੀ ਸੀਗਾ, ਜਿਹੜਾ ਲੈਂਡ ਸੀਗਾ ਉਹਨੂੰ ਡਿਵਾਈਡ ਕੀਤਾ ਹੋਇਆ ਸੀਗਾ ਮਹਿਲਸ ਦੇ ਵਿੱਚ, ਠੀਕ ਹੈ। ਤੇ ਜਿਹੜਾ ਇੱਕ ਮਹਿਲ ਸੀਗਾ ਉਹਦੇ ਵਿੱਚ ਕਾਫੀ ਸਾਰੇ ਵਿਲੇजेस ਆ ਜਾਂਦੇ ਸੀ, ਠੀਕ ਹੈ। ਮਤਲਬ ਜਿਹੜਾ ਇੰਟਾਇਰ ਵਿਲੇਜ ਆਇਆ, ਜਿਹੜਾ ਇੰਟਾਇਰ
महल है ਉਹਨੂੰ ਕੰਸੀਡਰ ਕੀਤਾ ਜਾਂਦਾ ਸੀ ਟੈਕਸ ਕਲੈਕਸ਼ਨ ਲਈ। ਇੱਥੇ ਕਿਸੇ ਇੰਡੀਵਿਜੂਅਲ ਲੈਂਡ ਕੰਸੀਡਰ ਕੀਤਾ ਜਾਂਦਾ ਸੀ। ਇੱਥੇ ਪੂਰੇ ਦਾ ਪੂਰਾ ਵਿਲੇਜ, ਉਹ ਵਨ ਵਿਲੇਜ ਵੀ ਹੋ ਸਕਦਾ ਹੈ ਜਾਂ ਵਨ ਤੋਂ ਜ਼ਿਆਦਾ ਵਿਲੇਜ ਵੀ ਹੋ ਸਕਦੇ ਨੇ, ਕਿ ਉਹ ਪੂਰੇ ਦੇ ਉੱਪਰ ਟੈਕਸ ਲੱਗੂਗਾ। ਓਕੇ, ਹੁਣ ਜਿਹੜੇ ਇਹਦੇ ਵਿੱਚ ਓਨਰਸ਼ਿਪ ਰਾਈਟ ਸੀਗੇ ਉਹ ਕਿਹਦੇ ਕੋਲ ਸੀ? ਪੀਜ਼ੈਂਟਸ ਕੋਲ ਸੀਗੇ। ਜਿਹੜਾ ਟੈਕਸ ਸੀਗਾ ਇਸ ਸਿਸਟਮ ਦਾ ਉਹ ਵੀ ਐਕਸੈਸਿਵ ਸੀਗਾ, ਠੀਕ ਹੈ, ਬਟ ਇਹ ਅਗਰ ਆਪਾਂ ਦੇਖੀਏ ਉਹ ਦੋਨੋਂ ਸਿਸਟਮ ਨਾਲੋਂ ਥੋੜਾ ਜਿਹਾ ਠੀਕ ਸੀਗਾ। ਓਕੇ, ਇਹ ਵਾਲਾ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਉਦੋਂ ਇਹ ਵਾਲਾ ਜਿਹੜਾ ਸਿਸਟਮ ਸੀ ਉਹਨੂੰ ਹੀ ਇੰਪਲੀਮੈਂਟ ਕੀਤਾ ਗਿਆ ਸੀ। ਸੋ ਕਈ ਵਾਰ ਪੇਪਰ 'ਚ ਕੁਐਸਚਨ ਆ ਜਾਂਦਾ, ਧਿਆਨ ਰੱਖਿਓ। ਉਹ ਤੋਂ ਬਾਅਦ ਹੁਣ ਆਪਾਂ ਨੈਕਸਟ ਕੁਝ ਇੰਪੋਰਟੈਂਟ ਚੀਜ਼ਾਂ ਡਿਸਕਸ ਕਰਦੇ ਹਾਂ ਐਜੂਕੇਸ਼ਨ ਦੇ ਨਾਲ ਰਿਲੇਟਡ, ਕਿ ਐਜੂਕੇਸ਼ਨ ਦੇ ਵਿੱਚ ਬ੍ਰਿਟਿਸ਼ਰਸ ਨੇ ਕੀ ਇੰਪਰੂਵਮੈਂਟ ਕੀਤੀਆਂ। ਕਈ ਵਾਰ ਐਸੇ ਕੁਐਸਚਨਸ ਵੀ ਐਗਜ਼ਾਮਸ 'ਚ ਆ ਜਾਂਦੇ ਆ। ਓਕੇ, ਸੋ ਦੇਖੋ ਹੁਣ ਜਿਹੜੀ ਕੰਪਨੀ ਸੀ ਉਹ ਕੀ ਚਾਹੁੰਦੀ ਸੀ ਕਿ ਐਜੂਕੇਟਿਡ ਇੰਡੀਅਨਸ ਹੋਣ, ਕਿਉਂਕਿ ਅਗਰ ਇੰਡੀਅਨਸ ਐਜੂਕੇਟਿਡ ਹੋਣਗੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਫਾਇਦਾ ਹੋਊਗਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਹੋਰ ਵੀ ਚੀਜ਼ਾਂ ਦੇ ਵਿੱਚ, ਠੀਕ ਹੈ। ਸੋ ਉਹ ਚਾਹੁੰਦੇ ਸੀਗੇ ਕਿ ਅਗਰ ਕੋਈ ਐਜੂਕੇਟਿਡ ਇੰਡੀਅਨ ਹੋਊਗਾ ਤਾਂ ਉਹ ਸਾਨੂੰ ਇੱਥੇ ਦੇ ਕਲਚਰ ਦੇ ਬਾਰੇ ਵੀ ਅੱਛੇ ਤਰੀਕੇ ਨਾਲ ਦੱਸ ਪਾਊਗਾ, ਲਾਜ਼ ਦੇ ਬਾਰੇ ਦੱਸ ਪਾਊਗਾ, ਠੀਕ ਹੈ। ਸੋ ਇਹ ਚੀਜ਼ਾਂ ਨੂੰ ਸੋਚਦੇ ਹੋਏ ਇੱਕ ਪਰਸਨ ਸੀ ਵਾਰਨ ਹੈਸਟਿੰਗ। ਵਾਰਨ ਹੈਸਟਿੰਗ ਨੇ ਐਸਟੈਬਲਿਸ਼ ਕੀਤਾ ਸੀ ਕੈਲਕਟਾ ਮਦਰਸਾ, ਠੀਕ ਹੈ, ਕਾਹਦੇ ਲਈ? ਮੁਸਲਿਮ ਲਾਅ ਦੀ ਟੀਚਿੰਗ ਦੇ ਲਈ। ਉਹ ਤੋਂ ਬਾਅਦ ਇੱਕ ਸੰਸਕ੍ਰਿਤ ਕਾਲਜ ਬਣਾਇਆ ਗਿਆ ਵਾਰਾਣਸੀ ਦੇ ਵਿੱਚ। ਸੰਸਕ੍ਰਿਤ ਕਾਲਜ ਕਿਹਨੇ ਬਣਾਇਆ ਸੀ? ਜੋਨੈਥਨ ਡਨਕਨ, ਠੀਕ ਹੈ, ਇਹਨੇ ਬਣਾਇਆ ਸੀਗਾ ਕਾਲਜ, ਕਿਹੜਾ? ਸੰਸਕ੍ਰਿਤ ਕਾਲਜ ਵਾਰਾਣਸੀ ਦੇ ਵਿੱਚ। ਓਕੇ, ਉਹ ਤੋਂ ਬਾਅਦ ਜਿਹੜੀ ਮਿਸ਼ਨਰੀ ਸੀਗੀਆਂ, ਮਤਲਬ ਜਿਹੜੀ ਕ੍ਰਿਸਚੀਅਨ ਮਿਸ਼ਨਰੀ ਸੀ ਇੰਡੀਆ ਦੇ ਵਿੱਚ, ਉਹ ਵੀ ਸਪੋਰਟ ਕਰ ਰਹੀਆਂ ਸੀ। ਉਹ ਕਹਿ ਰਹੀਆਂ ਸੀ ਕਿ ਵੈਸਟਰਨ ਐਜੂਕੇਸ਼ਨ ਹੈ ਜਿਹੜੀ ਇੰਡੀਆ ਦੇ ਵਿੱਚ ਉਹਨੂੰ ਸਪਰੈਡ ਕਰਨਾ ਚਾਹੀਦਾ ਹੈ। ਓਕੇ, ਤੇ ਜਿਹੜੇ ਸਕੂਲਸ ਨੇ ਉਹਨਾਂ ਵਿੱਚ ਵੀ ਐਜੂਕੇਸ਼ਨ ਇੰਗਲਿਸ਼ ਹੋਣੀ ਚਾਹੀਦੀ ਹੈ ਤਾਂ ਕਿ ਆਪਾਂ ਜਿਹੜੇ ਇੱਥੇ ਦੇ ਲੋਕ ਹੈ ਉਹਨਾਂ ਨੂੰ ਥੋੜਾ ਜਿਹਾ ਸਿਵਲਾਈਜ਼ਡ ਬਣਾ ਸਕੀਏ, ਠੀਕ ਹੈ, ਕਿ ਉਹਨੇ ਜਮਾ ਵੀ ਸਿਵਲਾਈਜ਼ਡ ਨਹੀਂ ਹੈਗੇ, ਐਵੇਂ ਨੇ, ਇਹਨਾਂ ਨੂੰ ਕੁਝ ਪਤਾ ਨਹੀਂ ਕੱਪੜੇ ਕਿਵੇਂ ਪਾਣੇ ਆ, ਰਹਿਣਾ ਕਿਵੇਂ ਹੈ। ਤਾਂ ਅਗਰ ਆਪਾਂ ਇਹਨਾਂ ਨੂੰ ਐਜੂਕੇਟ ਕਰਾਂਗੇ ਤਾਂ ਥੋੜੇ ਜਿਹੇ ਸਿਵਲਾਈਜ਼ਡ ਹੋ ਜਾਣਗੇ। ਓਕੇ, ਉਹ ਤੋਂ ਬਾਅਦ ਨੈਕਸਟ ਦੇਖੋ ਕੀ ਹੈ, ਚਾਰਟਰ ਐਕਟ 1813 ਜਿਹੜਾ ਸੀ ਉਹ ਫਸਟ ਸਟੈਪ ਸੀਗਾ ਐਜੂਕੇਸ਼ਨ ਦੀ ਔਰ ਗਵਰਨਮੈਂਟ ਦਾ, ਜਿਹਦੇ ਵਿੱਚ ਪਤਾ ਲੱਗਿਆ ਕਿ ਗਵਰਨਮੈਂਟ ਹੈ ਜਿਹੜੀ ਸੁਧਾਰ ਲਿਆਉਣਾ ਚਾਹੁੰਦੀ ਹੈ, ਬ੍ਰਿਟਿਸ਼ ਗਵਰਨਮੈਂਟ ਐਜੂਕੇਸ਼ਨ ਦੇ ਵਿੱਚ। ਓਕੇ, ਇਹ ਐਕਟ ਦੇ ਵਿੱਚ 1 ਲੱਖ ਰੁਪੀਜ਼ ਹੈ ਜਿਹੜਾ ਉਹਨੂੰ ਅਲੱਗ ਤੋਂ ਰੱਖਿਆ ਗਿਆ ਕਿ ਇਹਨੂੰ ਐਜੂਕੇਸ਼ਨ ਦੇ ਲਈ ਯੂਜ਼ ਕੀਤਾ ਜਾਊਗਾ। ਸੋ ਦੇਖੋ ਜਿਹੜੇ ਪੈਸੇ ਇਸ਼ੂ ਹੋਏ ਸੀ ਨਾ 1823 ਚ ਕਮੇਟੀ ਬਣੀ, ਉਹ ਤੋਂ ਬਾਅਦ ਦਿੱਤੇ ਗਏ। ਕਿਉਂ? ਕਿਉਂਕਿ ਬਹੁਤ ਜ਼ਿਆਦਾ ਕੰਟਰੋਵਰਸੀ ਹੋਣ ਲੱਗ ਗਈ ਸੀ ਐਜੂਕੇਸ਼ਨ ਨੂੰ ਲੈ ਕੇ। ਅਲੱਗ-ਅਲੱਗ ਗਰੁੱਪਸ ਬਣ ਗਏ, ਜਿਵੇਂ ਅਗਰ ਆਪਾਂ ਦੋ ਗਰੁੱਪਸ ਦੀ ਗੱਲ ਕਰੀਏ, ਇੱਕ ਗਰੁੱਪ ਕਹਿੰਦਾ ਸੀਗਾ ਕਿ ਵਰਨੈਕੂਲਰ ਲੈਂਗੁਏਜ ਪੜ੍ਹਾਉਣੀ ਚਾਹੀਦੀ ਇਹਨਾਂ ਨੂੰ, ਮਤਲਬ ਇਹਨਾਂ ਦੀਆਂ ਲੈਂਗੁਏਜਸ ਹੀ ਪੜ੍ਹਾਓ। ਇੱਕ ਕਹਿੰਦਾ ਸੀ ਨਹੀਂ, ਇਹਨਾਂ ਨੂੰ ਇੰਗਲਿਸ਼ ਪੜ੍ਹਾਓ, ਠੀਕ ਹੈ, ਤਾਂ ਕਿ ਹੋਰ ਸਿਵਲਾਈਜ਼ ਬਣਨ। ਸੋ ਜਿਹੜੇ ਚਾਹੁੰਦੇ ਸੀ ਕਿ ਇਹਨਾਂ ਨੂੰ ਵਰਨੈਕੂਲਰ ਹੀ ਪੜ੍ਹਾਇਆ ਜਾਵੇ, ਉਹ ਵਾਲੇ ਗਰੁੱਪ ਦਾ ਨਾਮ ਕੀ ਸੀਗਾ? ਓਰੀਐਂਟਲਿਸਟ, ਠੀਕ ਹੈ। ਤੇ ਇੱਕ ਆਪਣੇ ਕੋਲ ਜਿਹੜਾ ਸੈਕੰਡ ਗਰੁੱਪ ਸੀਗਾ ਉਹਦਾ ਨਾਮ ਸੀਗਾ ਐਂਗਲਿਸਟ। ਜਿਹੜੇ ਓਰੀਐਂਟਲਿਸਟ ਸੀ ਇਹ ਕਹਿੰਦੇ ਸੀ ਵਰਨੈਕੂਲਰ ਲੈਂਗੁਏਜ ਪੜ੍ਹਾਓ, ਕਿ ਅਗਰ ਇੰਗਲਿਸ਼ ਪੜ੍ਹਾਤੀ ਐਵੇਂ ਨਾ ਹੋਵੇ ਕਾਲੇ ਸਾਡੇ ਤੇ ਹੀ ਭਾਰੀ ਪੈ ਜਾਣ, ਠੀਕ ਹੈ। ਬਟ ਦੂਸਰਾ ਗਰੁੱਪ ਕਹਿੰਦਾ ਸੀਗਾ ਕਿ ਇਹਨਾਂ ਨੂੰ ਇੰਗਲਿਸ਼ ਪੜ੍ਹਾਓ। ਸੋ ਡਿਵੀਜ਼ਨ ਹੋ ਗਈ ਸੀ, ਇਸ ਵਜ੍ਹਾ ਤੋਂ ਜਿਹੜੇ ਪੈਸੇ ਸੀ ਉਹ ਡਿਸਟ੍ਰੀਬਿਊਟ ਨਹੀਂ ਹੋ ਪਾਏ ਸੀ। ਇੱਕ ਨਾ ਤੁਸੀਂ ਹੋਰ ਚੀਜ਼ ਯਾਦ ਰੱਖਣੀ ਹੈ, ਅਗਰ ਤੁਹਾਨੂੰ ਪੇਪਰ 'ਚ ਕੁਐਸਚਨ ਆ ਜਾਏ ਕਿ ਜਿਹੜਾ ਵੁਡਸ ਡਿਸਪੈਚ ਹੈ, ਠੀਕ ਹੈ, ਇਹ ਕਿਹਦੇ ਨਾਲ ਰਿਲੇਟਡ ਹੈ? ਐਜੂਕੇਸ਼ਨ ਨਾਲ ਰਿਲੇਟਡ ਹੈ। ਪਹਿਲਾਂ ਤਾਂ ਇਹ ਯਾਦ ਰੱਖਣਾ, ਇਹਦੇ ਵਿੱਚ ਇਹਨਾਂ ਨਾ ਵੁਡ ਜਿਹੜਾ ਸਰ ਚਾਰਲਸ ਵੁਡ ਹੈ, ਇਹ ਪ੍ਰੈਜ਼ੀਡੈਂਟ ਸੀਗਾ ਬੋਰਡ ਆਫ ਕੰਟਰੋਲ ਦਾ। ਇਹਨੇ ਕੁਝ ਇੰਪੋਰਟੈਂਟ ਰਿਕਮੈਂਡੇਸ਼ਨਸ ਦਿੱਤੀਆਂ ਸੀ ਐਜੂਕੇਸ਼ਨ ਨੂੰ ਲੈ ਕੇ। ਸੋ ਉਹਦੇ ਨਾਮ ਤੋਂ ਬਾਅਦ ਆਇਆ ਵੁਡਸ ਡਿਸਪੈਚ। ਓਕੇ, ਬਸ ਇਹ ਯਾਦ ਰੱਖਿਓ ਇਹਦੇ ਵਿੱਚ ਕਿ ਵੁਡ ਡਿਸਪੈਚ ਕਿਹਨੂੰ ਲੈ ਕੇ ਸੀ? ਐਜੂਕੇਸ਼ਨ ਨੂੰ। ਤੇ ਇਹ ਜਿਹੜਾ ਵੁਡਸ ਡਿਸਪੈਚ ਹੈ ਇਹਨੂੰ ਮੈਗਨਾ ਕਾਰਟਾ ਆਫ ਇੰਗਲਿਸ਼ ਐਜੂਕੇਸ਼ਨ ਇਨ ਇੰਡੀਆ ਵੀ ਬੋਲਦੇ। ਓਕੇ, ਹੁਣ ਦੇਖੋ ਇਹਦੇ ਵਿੱਚ ਕੀ ਰਿਕਮੈਂਡੇਸ਼ਨ ਦਿੱਤੀਆਂ ਗਈਆਂ ਕਿ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਰੈਗੂਲਰਾਈਜ਼ ਕੀਤਾ ਜਾਵੇ। ਇੰਡੀਅਨਸ ਹੈ ਜਿਹੜੇ ਉਹਨਾਂ ਨੂੰ ਇੰਗਲਿਸ਼ ਤੇ ਉਹਨਾਂ ਦੀ ਨੇਟਿਵ ਲੈਂਗੁਏਜ ਦੋਨਾਂ 'ਚ ਪੜ੍ਹਾਇਆ ਜਾਵੇ। ਜਿਹੜਾ ਐਜੂਕੇਸ਼ਨ ਸਿਸਟਮ ਹੈ ਹਰ ਇੱਕ ਪ੍ਰੋਵਿੰਸ ਦੇ ਵਿੱਚ ਉਹਨੂੰ ਸੈਟਅਪ ਕੀਤਾ ਜਾਵੇ। ਹਰੇਕ ਡਿਸਟ੍ਰਿਕਟ ਹੈ ਜਿਹੜੀ ਉਹਦੇ ਵਿੱਚ ਇੱਕ ਗਵਰਨਮੈਂਟ ਸਕੂਲ ਹੋਵੇ, ਠੀਕ ਹੈ। ਐਫੀਲੀਏਟਿਡ ਪ੍ਰਾਈਵੇਟ ਸਕੂਲਸ ਹੈ ਜਿਹੜੇ ਉਹਨਾਂ ਨੂੰ ਗ੍ਰਾਂਟ ਦੇਣੀ ਚਾਹੀਦੀ ਹੈ,
दैन यूनीवर्सिटीज़ हैं जिहड़ी मद्रास कैलकटा बॉम्बे दी उन्हां नूं सैटअप किया जाए बाय 1857। यूनीवर्सिटी ऑफ पंजाब यूनीवर्सिटी ऑफ इलाहाबाद नूं भी सैटअप किया जाए। ठीक है, सो ये सब चीज़ां कईयां गईयां सी इहदे विच। सो हुण आपां नैक्सट पढ़न जा रहे हैं इंडियन नैशनल कांग्रेस दे बारे। देखो जिहड़ी इंडियन नैशनल कांग्रेस है अगर तुहानूं पुछा जाए कि कदों फॉर्म हुई 1885 दे विच फॉर्म हुई पहली चीज़। सैकेंड आइडिया कि अपनी किवें इंडियन नैशनल कांग्रेस होनी चाहिए किने दिता सी एओ ह्यूम ने, यह भी क्वेश्चन पेपर च बहुत पूछा जाता है। ओके उस तो बाद नैक्सट चीज़ याद रखियो कि जिहड़ी इंडियन नैशनल कांग्रेस सी इहदा फस्ट जिहड़ा सैशन सी वो कित्थे लग्या सी बॉम्बे दे विच। ठीक है, दिसंबर 1885 च लग्या ते इहनूं प्रिसाइड किया सी WC बैनर्जी ने। ठीक है, ये आपां पढ़ांगे हुणी आपां। उस तो बाद नैक्सट है कि एक थ्योरी भी जुड़ी हुई है इंडियन नैशनल कांग्रेस दे नाल, वो किहड़ी थ्योरी है? सेफ्टी वॉल्व थ्योरी। बस तुसीं इह थ्योरी नूं एवें याद रखियो भी किहड़ी जुड़ी हुई है। ओके उस तो बाद नैक्सट कुछ इहदे विच इंपॉर्टेंट फैक्ट्स पढ़दे हैं। फस्ट प्रेजिडेंट कौन सीगा इंडियन नैशनल कांग्रेस का जिन्हें कि प्रिसाइड किया सी फस्ट सैशन यानी कि। ठीक है, फस्ट प्रेजिडेंट नहीं बोलांगे, ऐसा फस्ट परसन कौन सी जिहड़ा कि फस्ट प्रेजिडेंट बनया सी इंडियन नैशनल कांग्रेस दे सैशन का। सो कौन सी? WC बैनर्जी, दैट इज वमेश चंद्र बैनर्जी। उस तो बाद नैक्सट तुहानूं पूछा जाए फस्ट फीमेल प्रेजिडेंट कौन सी? फस्ट फीमेल प्रेजिडेंट एनी बेसंट। नेक्स्ट है फर्स्ट इंडियन फीमेल प्रेसिडेंट कौन बनी सी? सरोजनी नायडू। ओके उस तो बाद फर्स्ट मुस्लिम प्रेसिडेंट कौन सी? फर्स्ट मुस्लिम प्रेसिडेंट सी बदरुद्दीन त्याबी। उस तो बाद नैक्सट हाँ जी पापा आने तू ले वीडियो बनाई हो। नेक्स्ट है फर्स्ट यूरोपियन प्रेसिडेंट। सो फर्स्ट यूरोपियन प्रेसिडेंट कौन सी? जॉर्ज यूल। ओके उस तो बाद मेन तुसीं आ वाले फैक्ट्स याद रखने हैं बिकॉज इन्होंने ऊपर ना बहुत क्वेश्चन आते हैं। कई बार 3 स्टेटमेंट दे देंगे कि फर्स्ट प्रेसिडेंट इंडियन नैशनल कांग्रेस दे WC बैनर्जी सी। ठीक है, फर्स्ट फीमेल प्रेसिडेंट एनी बेसंट सी, फर्स्ट इंडियन फीमेल प्रेसिडेंट सरोजनी नायडू सी, फर्स्ट मुस्लिम प्रेसिडेंट बदरुद्दीन त्याबी जी सी ते फर्स्ट यूरोपियन प्रेसिडेंट जॉर्ज यूल सी। सो इन्हां दे बारे तुसीं याद रखना है। उस तो बाद हुण देखो इंडियन नैशनल कांग्रेस दे ना अलग अलग सैशनस होए। ठीक है, हुण सब तो पहला देखो जिहड़े इंडियन नैशनल कांग्रेस दे सैशन 1885 तो लैके 1905 दे विच होए इन्हां नूं आपां बोलदे हां मॉडरेट्स दा टाइम। ओके ते इन्हां दा मेन गोल की सी? डोमिनियन स्टेटस कि मतलब ब्रिटिशर्स नाल बना के रखनी है। ठीक है, उस तो बाद नैक्सट 1905 तो लैके 1920 तक जिहड़ा फेज सी वो सी एक्सट्रीमिस्ट फेज। ये कहते सी कि ब्रिटिशर्स तो अपनी गल जिहड़ी मनवानी है उन्हां नाल अच्छे रिलेशन बना के नहीं मनवानी, मतलब कि अगर वो सीधे तरीके नाल नहीं मनणगे तो फोर्स का भी यूज किया जाऊगा उन्हां दे खिलाफ। ठीक है, उस तो बाद 1920 तो लैके अगर आप 1947 की गल करिए तो यह फेज सी महात्मा गांधी का। जिहड़े महात्मा गांधी सी वो गल करते सी स्वराज की कि सानू इंडिपेंडेंस ही चाहिए है। ठीक है, कि कोऑपरेशन दा दूर की गल है, सीधा इंडिपेंडेंस की गल करते सी वो। सो हुण आपां इंडियन नैशनल कांग्रेस के सैशनस पढ़ते हैं। ये तुहानूं सारा कुछ मिल जूगा नोट्स दे विच। मैं तुहानूं जस्ट मेन दसूंगी बिकॉज एवें तां लैक्चर की जिहड़ी लेंथ है बहुत ज़्यादा बड़ी हो जूगी। ओके सो तुसीं सुनना है सिर्फ। सो सब तो पहला जिहड़ा सैशन सीगा वो सीगा बॉम्बे सैशन 1885 दे विच होया। मेन तुसीं जिहड़े प्रेजिडेंट है वो जरूर याद रखना भी किन्हां ने प्रिसाइड किया। सो जिहड़ा फर्स्ट सैशन बॉम्बे वाला सी वो कीता सी WC बैनर्जी ने। ठीक है, आपां पढ़िया कि वो फर्स्ट परसन सी जिहड़े प्रेजिडेंट बने सी इंडियन नैशनल कांग्रेस दे। ते जिहड़ा सैशन सी उहनूं 72 जाणियां ने अटेंड किया। ठीक है,
ਉਸ ਤੋਂ ਇਲਾਵਾ ਸੈਕਿੰਡ ਹੁਣ ਆਪਾਂ ਪੜ੍ਹਦੇ ਹਾਂ ਉਹ ਸੀਗਾ ਕੈਲਕਟਾ ਸੈਸ਼ਨ 1886। ਇਹ ਵਾਲਾ ਸੈਸ਼ਨ ਦੇ ਵਿੱਚ ਦਾਦਾ ਭਾਈ ਨਹਿਰੂ ਜੀ ਜਿਹੜੇ ਸੀ ਉਹ ਪ੍ਰੀਜ਼ਾਈਡ ਕਰ ਰਹੇ ਸੀ। ਠੀਕ ਹੈ, ਇਹ ਸੈਸ਼ਨ ਦੇ ਵਿੱਚ ਜਿਹੜੀ ਨੈਸ਼ਨਲ ਕਾਂਗਰਸ ਹੈ ਤੇ ਨੈਸ਼ਨਲ ਕਾਨਫਰੰਸ ਹੈ ਇਹਨਾਂ ਦੋਨਾਂ ਨੂੰ ਮਰਜ ਕੀਤਾ ਗਿਆ। ਉਸ ਤੋਂ ਬਾਅਦ ਥਰਡ ਹੈ ਮਦਰਾਸ ਸੈਸ਼ਨ 1887 ਦਾ। ਇਹਨੂੰ ਕਿਨੇ ਹੈਡ ਕੀਤਾ ਸੀ? ਸੈयद बदरुद्दीन त्याबी जी, जो कि फर्स्ट मुस्लिम प्रेसिडेंट से इंडियन नेशनल कांग्रेस दे। ठीक है, सो ये की है फर्स्ट मुस्लिम प्रेसिडेंट सी ते ये वाले सैशन 607 डेलीगेट्स ने अटेंड किया। ठीक है, ते ਇਹਦੇ ਵਿੱਚ अपील की गई सी सारे मुस्लिम्स ਨੂੰ कि तुसी हथ मिलाओ नैशनल लीडर्स ਦੇ ਨਾਲ। ਉਸ ਤੋਂ ਬਾਅਦ फोर्थ ਜਿਹੜਾ ਸੈਸ਼ਨ ਸੀ ਉਹ ਸੀ ਇਲਾਹਾਬਾਦ ਸੈਸ਼ਨ। ਇਲਾਹਾਬਾਦ ਸੈਸ਼ਨ ਜਿਹੜਾ ਸੀ ਉਹ 1888 ਦੇ ਵਿੱਚ ਹੋਇਆ। ਇਹਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹ ਸੀਗੇ ਜਾਰਜ ਯੂਲ, ਫਸਟ ਯੂਰਪੀਅਨ ਪ੍ਰੈਜ਼ੀਡੈਂਟ ਪੜਿਆ ਸੀ ਨਾ। ਓਕੇ, ਸੋ ਜਾਰਜ ਯੂਲ ਜਿਹੜਾ ਸੀ ਉਹ ਫਸਟ ਇੰਗਲਿਸ਼ ਪ੍ਰੈਜ਼ੀਡੈਂਟ ਸੀ, ਬਸ ਇਹਦੇ ਵਿੱਚ ਨਾਮ ਯਾਦ ਰੱਖਣਾ ਹੈ। ਓਕੇ, ਉਹ ਤੋਂ ਬਾਅਦ ਨੈਕਸਟ ਆਪਣਾ ਗੱਲ ਕਰਦੇ ਹਾਂ ਕੈਲਕਟਾ ਸੈਸ਼ਨ ਦੀ। ਜਿਹੜਾ ਕੈਲਕਟਾ ਦੇ ਵਿੱਚ ਫੇਰ ਸੈਸ਼ਨ ਹੋਇਆ 1896 ਦੇ ਵਿੱਚ। ਇਹਨੂੰ ਪ੍ਰੀਸਾਈਡ ਕੀਤਾ ਰਹੀਮਤੁੱਲਾ ਐਮ ਸਿਆਨੀ ਨੇ। ਠੀਕ ਹੈ, ਇਹਦੇ ਵਿੱਚ ਫਸਟ ਟਾਈਮ ਨੈਸ਼ਨਲ ਸੌਂਗ ਕਿਹੜਾ? ਵੰਦੇ ਮਾਤਰਮ, ਜਿਹੜਾ ਆਪਣਾ ਨੈਸ਼ਨਲ ਸੌਂਗ ਹੈ ਉਹ ਗਾਇਆ ਗਿਆ ਪਹਿਲੀ ਵਾਰ। ਓਕੇ, ਉਹ ਤੋਂ ਬਾਅਦ ਤੇ ਜਿਹੜਾ ਆਪਣਾ ਨੈਸ਼ਨਲ ਸੌਂਗ ਹੈ ਉਹ ਕਿਹਨੇ ਕੰਪੋਜ਼ ਕੀਤਾ ਸੀ? ਬੰਕਿਮ ਚੰਦਰ ਚਟੋਪਾਧਿਆਏ। ਉਹ ਤੋਂ ਬਾਅਦ ਨੈਕਸਟ ਦੇਖੋ, ਇਹ ਤੋਂ ਬਾਅਦ ਆਇਆ ਬਨਾਰਸ ਸੈਸ਼ਨ। ਜਿਹੜਾ ਬਨਾਰਸ ਸੈਸ਼ਨ ਹੈ 1905 ਦੇ ਵਿੱਚ ਆਇਆ। ਠੀਕ ਹੈ, ਤੇ ਇਹਨੂੰ ਕਿਹਨੇ ਪ੍ਰੀਸਾਈਡ ਕੀਤਾ? ਗੋਪਾਲ ਕ੍ਰਿਸ਼ਨ ਗੋਖਲੇ ਨੇ। ਇਹਦੇ ਵਿੱਚ ਸਵਦੇਸ਼ੀ ਕਾਲ ਦਿੱਤੀ ਗਈ, ਮਤਲਬ ਇਹ ਜਿਹੜਾ ਸੈਸ਼ਨ ਸੀ ਨਾ ਉਹ ਪਾਰਟੀਸ਼ਨ ਆਫ ਬੰਗਾਲ ਤੋਂ ਬਾਅਦ ਹੋਇਆ ਸੀ। ਇਸ 'ਚ ਕਿਹਾ ਗਿਆ ਕਿ ਸਵਦੇਸ਼ੀ ਚੀਜ਼ਾਂ ਨੂੰ ਯੂਜ਼ ਕਰੋ। ਠੀਕ ਹੈ, ਤੇ ਇਹਦੇ ਵਿੱਚ ਪਾਰਟੀਸ਼ਨ ਆਫ ਬੰਗਾਲ ਦੇ ਖਿਲਾਫ ਗੁੱਸਾ ਦਿਖਾਇਆ ਗਿਆ। ਓਕੇ, ਉਹ ਤੋਂ ਬਾਅਦ ਨੈਕਸਟ 7 ਸੈਸ਼ਨ ਇੱਕ ਹੋਰ ਹੋਇਆ ਸੀ ਕੈਲਕਟਾ ਸੈਸ਼ਨ 1906 ਦੇ ਵਿੱਚ। ਇਹਨੂੰ ਪ੍ਰੀਸਾਈਡ ਕੀਤਾ ਸੀ ਦਾਦਾ ਭਾਈ ਨਹਿਰੂ ਜੀ ਨੇ। ਇਹਦੇ ਵਿੱਚ ਜਿਹੜਾ ਸਵਰਾਜ ਵਰਡ ਸੀਗਾ ਉਹਨੂੰ ਪਹਿਲੀ ਵਾਰ ਮੈਂਸ਼ਨ ਕੀਤਾ ਗਿਆ। ਸਵਰਾਜ ਮਤਲਬ ਕੀ ਹੁੰਦਾ ਹੈ? ਸੈਲਫ ਗਵਰਨਮੈਂਟ। ਸੋ ਨੈਕਸਟ ਆਪਣੇ ਕੋਲ ਹੈ ਸੂਰਤ ਸੈਸ਼ਨ। ਜਿਹੜਾ ਸੂਰਤ ਦੇ ਵਿੱਚ ਸੈਸ਼ਨ ਹੋਇਆ 1907 ਦੇ ਵਿੱਚ ਹੋਇਆ ਤੇ ਇਹਨੂੰ ਪ੍ਰੀਸਾਈਡ ਕੀਤਾ ਸੀ ਰਾਸ਼ ਬਿਹਾਰੀ ਘੋਸ਼ ਨੇ। ਠੀਕ ਹੈ, ਤੇ ਇਹ ਸੈਸ਼ਨ ਦੇ ਵਿੱਚ ਸੂਰਤ ਸਪਲਿਟ ਹੋ ਗਈ ਸੀ, ਯਾਨੀ ਕਿ ਜਿਹੜੇ ਐਕਸਟ੍ਰੀਮਿਸਟ ਸੀਗੇ ਤੇ ਜਿਹੜੇ ਮੋਡਰੇਟ ਸੀਗੇ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ ਸੀ, ਉਹਨਾਂ ਵਿੱਚ ਟਕਰਾਰ ਆ ਗਈ ਸੀ। ਓਕੇ, ਉਹ ਤੋਂ ਬਾਅਦ ਇੱਕ ਚੀਜ਼ ਇਸ 'ਚ ਯਾਦ ਰੱਖਣੀ ਹੈ, ਐਕਸਟ੍ਰੀਮਿਸਟ ਦੇ ਵਿੱਚ ਤੁਸੀਂ ਟਰਾਇਓ ਯਾਦ ਰੱਖਣਾ, ਲਾਲ ਬਾਲ ਪਾਲ ਦਾ, ਤੇ ਨਾਲ ਇਹਨਾਂ ਦੇ ਕੌਣ ਸੀਗੇ? ਔਰਬਿੰਦੋ ਘੋਸ਼। ਓਕੇ, ਲਾਲ ਮੀਨਸ ਲਾਲਾ ਲਾਜਪਤ ਰਾਏ, ਬਾਲ ਮੀਨਸ ਬਾਲ ਗੰਗਾਧਰ ਤਿਲਕ ਤੇ ਪਾਲ ਮੀਨਸ ਤੇ ਨੈਕਸਟ ਹੈ ਬਿਪਿਨ ਚੰਦਰ ਪਾਲ। ਠੀਕ ਹੈ, ਤੇ ਜਿਹੜੇ ਮੋਡਰੇਟ ਲੀਡਰ ਸੀਗੇ ਇਹਨਾਂ ਦੇ ਤੁਸੀਂ ਮੇਨ ਲੀਡਰਸ ਨੇ ਜਿਵੇਂ ਦਾਦਾ ਭਾਈ ਨਹਿਰੂ ਜੀ ਹੋ ਗਏ, ਗੋਪਾਲ ਕ੍ਰਿਸ਼ਨ ਗੋਖਲੇ ਹੋ ਗਏ। ਓਕੇ, ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਲਾਹੌਰ ਸੈਸ਼ਨ ਦੀ। 1909 ਦੇ ਵਿੱਚ ਇਹ ਸੈਸ਼ਨ ਹੋਇਆ ਤੇ ਇਹ ਸੈਸ਼ਨ ਨੂੰ ਲੀਡ ਕਿਹਨੇ ਕੀਤਾ? ਮਦਨ ਮੋਹਨ ਮਾਲਵੀਆ ਨੇ। ਠੀਕ ਹੈ, ਇਹਦੇ ਵਿੱਚ ਡਿਸਅਪਰੂਵਲ ਦਿਖਾਇਆ ਗਿਆ ਕਿ ਸੈਪਰੇਟ ਇਲੈਕਟੋਰੇਟ ਨਹੀਂ ਹੋਣੇ ਚਾਹੀਦੇ ਔਨ ਦਾ ਬੇਸਿਸ ਆਫ ਰਿਲੀਜਨ। ਜਿਹੜਾ ਮੌਲੇ ਮਿੰਟੋ ਐਕਟ ਪੜਾਂਗੇ ਨਾ ਆਪਾਂ 1909 ਦਾ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਸੈਪਰੇਟ ਇਲੈਕਟੋਰੇਟਸ ਹੋਣੇ ਚਾਹੀਦੇ ਮੁਸਲਿਮਸ ਦੇ ਲਈ, ਤੇ ਮੁਸਲਿਮਸ ਨੇ ਉਹ ਚੀਜ਼ ਨੂੰ ਅਪਰੂਵ ਵੀ ਕਰਤਾ ਸੀਗਾ। ਠੀਕ ਹੈ, ਕਿ ਮੁਸਲਿਮ ਜਿਹੜੇ ਨੇ ਸਿਰਫ ਮੁਸਲਿਮਸ ਨੂੰ ਵੋਟ ਪਾਣਗੇ। ਸੋ ਜਿਹੜਾ ਇਹ ਵਾਲਾ ਸੈਸ਼ਨ ਹੋਇਆ ਲਾਹੌਰ ਸੈਸ਼ਨ, ਇਹਦੇ ਵਿੱਚ ਇਹ ਚੀਜ਼ ਦੀ ਨਿੰਦਾ ਕੀਤੀ ਗਈ ਸੀ। ਉਹ ਤੋਂ ਬਾਅਦ 10th ਸੈਸ਼ਨ ਆਪਣੇ ਕੋਲ ਹੈ ਕੈਲਕਟਾ ਸੈਸ਼ਨ 1911 ਦਾ। ਇਹਨੂੰ ਕਿਹਨੇ ਲੀਡ ਕੀਤਾ ਸੀ ਜਾਂ ਪ੍ਰੀਸਾਈਡ ਕੀਤਾ ਸੀ? ਭੀਸ਼ਨ ਨਾਰਾਇਣ ਦਾਸ ਨੇ। ਠੀਕ ਹੈ, ਇਹਦੇ ਵਿੱਚ ਜਿਹੜੀ ਨੈਸ਼ਨਲ ਐਂਥਮ ਹੈ ਜਨ ਗਣ ਮਨ ਉਹਨੂੰ ਪਹਿਲੀ ਵਾਰ ਗਾਇਆ ਗਿਆ। ਉਹ ਤੋਂ ਬਾਅਦ 11th ਫੈਕਟ ਹੈ ਜਾਂ 11th ਸੈਸ਼ਨ ਹੈ ਜਿਹੜਾ ਆਪਣਾ ਉਹ ਸੀਗਾ ਲਖਨਊ ਸੈਸ਼ਨ 1916 ਦੇ ਵਿੱਚ। ਇਹ ਸੈਸ਼ਨ ਨੂੰ ਪ੍ਰੀਸਾਈਡ ਕੀਤਾ ਸੀ ਅੰਬਿਕਾ ਚਰਨ ਮਜ਼ੁਮਦਾਰ ਨੇ। ਠੀਕ ਹੈ, ਇਹਦੇ ਵਿੱਚ ਜੁਆਇੰਟ ਸੈਸ਼ਨ ਹੋਇਆ ਮੁਸਲਿਮ ਲੀਗ ਦਾ, ਜਿਹਦੇ ਵਿੱਚ ਲਖਨਊ ਪੈਕਟ ਸਾਈਨ ਹੋਇਆ। ਲਖਨਊ ਦੇ ਵਿੱਚ ਹੋਇਆ ਨਾ, ਸੋ ਐਵੇਂ ਯਾਦ ਰੱਖ ਲਿਓ ਲਖਨਊ ਪੈਕਟ ਸਾਈਨ ਹੋਇਆ ਸੀ ਇਹਦੇ ਵਿੱਚ। ਉਹ ਤੋਂ ਬਾਅਦ 12th ਸੈਸ਼ਨ ਹੈ ਕੈਲਕਟਾ ਸੈਸ਼ਨ 1917 ਦੇ ਵਿੱਚ ਹੋਇਆ। ਇਹਨੂੰ ਪ੍ਰੀਸਾਈਡ ਕੀਤਾ ਸੀ ਐਨੀ ਬਿਸੰਤ ਨੇ, ਜੋ ਕਿ ਫਸਟ ਫੀਮੇਲ ਪ੍ਰੈਜ਼ੀਡੈਂਟ ਸੀ INC ਦੀ। ਠੀਕ ਹੈ, ਇਹ ਚੀਜ਼ ਯਾਦ ਰੱਖਣੀ ਹੈ। ਉਹ ਤੋਂ ਬਾਅਦ ਨੈਕਸਟ 13 ਹੈ ਅੰਮ੍ਰਿਤਸਰ ਸੈਸ਼ਨ 1919 ਦੇ ਵਿੱਚ ਹੋਇਆ। ਇਹਨੂੰ ਕਿਨੇ ਪ੍ਰੀਸਾਈਡ ਕੀਤਾ ਸੀ? ਮੋਤੀ ਲਾਲ ਨਹਿਰੂ ਨੇ। ਠੀਕ ਹੈ, ਇਹਦੇ ਵਿੱਚ ਜਲਿਆਂਵਾਲਾ ਬਾਗ ਜਿਹੜਾ ਇਨਸੀਡੈਂਟ ਹੋਇਆ ਉਹਦੀ ਨਿੰਦਾ ਕੀਤੀ ਗਈ। ਖਿਲਾਫਤ ਮੂਵਮੈਂਟ ਜਿਹੜੀ ਹੈ ਉਹਨੂੰ ਹੋਰ ਪਾਵਰ ਦਿੱਤੀ ਗਈ, ਉਹਦੇ ਸਪੋਰਟ ਦੇ ਵਿੱਚ ਕਿਹਾ ਗਿਆ। ਠੀਕ ਹੈ, ਉਹ ਤੋਂ ਬਾਅਦ ਦੈਨ ਨੈਕਸਟ ਸੈਸ਼ਨ ਹੈ ਕੈਲਕਟਾ ਸੈਸ਼ਨ 1920।
ਇਹਦੇ ਵਿੱਚ ਨॉन ਕੋਆपरेशन मूवमेंट ਦੇ ਲਈ ਰੈਜ਼ੋਲੂਸ਼ਨ ਪਾਸ ਕੀਤਾ ਗਿਆ। ਬਹੁਤ ਇੰਪੋਰਟੈਂਟ ਹੈ, ਕਈ ਵਾਰ ਡਾਇਰੈਕਟ ਪੇਪਰ 'ਚ ਕੁਐਸਚਨ ਆਉਂਦਾ ਵੀ ਕਿਹੜਾ ਸੈਸ਼ਨ ਸੀ ਜਿਹਦੇ ਵਿੱਚ ਨॉन ਕੋਆपरेशन मूवमेंट ਦਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ। ਸੋ ਕੈਲਕਟਾ ਸੈਸ਼ਨ ਸੀ 1920 ਦਾ। ਉਹ ਤੋਂ ਬਾਅਦ ਨੈਕਸਟ 15th ਹੈ ਇਲਾਹਾਬਾਦ ਸੈਸ਼ਨ 1921 ਦਾ। ਇਹਦੇ ਵਿੱਚ ਸਿਵਲ ਡਿਸਓਬੀਡੈਂਸ ਮੂਵਮੈਂਟ ਨੂੰ ਲਾਂਚ ਕਰਨ ਬਾਰੇ ਸੋਚਿਆ ਗਿਆ, ਬਟ ਲਾਂਚ ਨਹੀਂ ਹੋਈ ਸੀ, ਠੀਕ ਹੈ, ਸੋਚਿਆ ਗਿਆ ਸੀ ਜਸਟ। ਉਹ ਤੋਂ ਬਾਅਦ ਦੈਨ ਨੈਕਸਟ ਹੈ ਦਿੱਲੀ ਸੈਸ਼ਨ 1925 ਦਾ। ਜਿਹੜਾ ਇਹ ਸੈਸ਼ਨ ਇਹਨੂੰ ਅਬਦੁਲ ਕਲਾਮ ਆਜ਼ਾਦ ਨੇ ਪ੍ਰੀਸਾਈਡ ਕੀਤਾ ਤੇ ਜਿਹੜੇ ਅਬਦੁਲ ਕਲਾਮ ਆਜ਼ਾਦ ਸੀਗੇ ਉਹ ਯੰਗੈਸਟ ਪ੍ਰੈਜ਼ੀਡੈਂਟ ਸੀਗੇ INC ਦੇ। ਉਹ ਤੋਂ ਬਾਅਦ ਨੈਕਸਟ 17th ਹੈ ਬੇਲਗਾਮ ਸੈਸ਼ਨ ਜਿਹੜਾ ਕਿ 1924 ਚ ਹੋਇਆ ਤੇ ਇਹ ਵੀ ਬਹੁਤ ਇੰਪੋਰਟੈਂਟ ਸੈਸ਼ਨ ਹੈ ਬਿਕੋਜ਼ ਇਹਨੂੰ ਪ੍ਰੀਸਾਈਡ ਕੀਤਾ ਸੀ ਮਹਾਤਮਾ ਗਾਂਧੀ ਜੀ ਨੇ, ਠੀਕ ਹੈ। ਤੇ ਇਹ ਉਹ ਸਿਰਫ ਇਕਲੌਤਾ ਸੈਸ਼ਨ ਹੈ ਜਿਹਨੂੰ ਪ੍ਰੀਸਾਈਡ ਕੀਤਾ ਮਹਾਤਮਾ ਗਾਂਧੀ ਨੇ, ਇਸ ਲਈ ਇਹ ਸੈਸ਼ਨ ਇੰਪੋਰਟੈਂਟ ਹੈ ਬਿਕੋਜ਼ ਪੇਪਰ 'ਚ ਪੁੱਛਦੇ ਆ। ਉਹ ਤੋਂ ਬਾਅਦ 18th ਜਿਹੜਾ ਸੈਸ਼ਨ ਹੈ ਕਾਨਪੁਰ ਸੈਸ਼ਨ 1925, ਇਹਨੂੰ ਕਿਨੇ ਪ੍ਰੀਸਾਈਡ ਕੀਤਾ? ਸਰੋਜਨੀ ਨਾਇਡੂ ਨੇ। ਉਹ ਤੋਂ ਬਾਅਦ ਨੈਕਸਟ 19th ਆਪਣੇ ਕੋਲ ਜਿਹੜਾ ਸੈਸ਼ਨ ਹੈ ਲਾਹੌਰ ਸੈਸ਼ਨ 1929 ਦੇ ਵਿੱਚ, ਠੀਕ ਹੈ। ਇਹਨੂੰ ਵੀ ਪ੍ਰੀਸਾਈਡ ਕੀਤਾ ਸੀ ਜਵਾਹਰ ਲਾਲ ਨਹਿਰੂ ਨੇ। ਤਾਂ ਇਹ ਵੀ ਸੈਸ਼ਨ ਜਿਹੜਾ ਕਾਫੀ ਇੰਪੋਰਟੈਂਟ ਹੈ, ਠੀਕ ਹੈ। ਇਹਦੇ ਵਿੱਚ ਪੂਰਨ ਸਵਰਾਜ ਦੀ ਡੈਕਲੇਰੇਸ਼ਨ ਕੀਤੀ ਗਈ ਸੀ, ਓਕੇ। ਤੇ ਇਹਦੇ ਵਿੱਚ ਹੀ ਜਿਹੜਾ ਸਿਵਲ ਡਿਸਓਬੀਡੈਂਸ ਮੂਵਮੈਂਟ ਹੈ ਉਹਨੂੰ ਪਾਸ ਕੀਤਾ ਗਿਆ ਤੇ ਇਹਦੇ ਵਿੱਚ ਹੀ ਗਾਂਧੀ ਇਰਵਿਨ ਪੈਕਟ ਜਿਹੜਾ ਸੀ ਉਹਦੇ ਬਾਰੇ ਗੱਲ ਕੀਤੀ ਗਈ ਸੀ। ਸੋ ਇਹ ਚੀਜ਼ ਯਾਦ ਰੱਖਿਓ। ਉਹ ਤੋਂ ਬਾਅਦ ਨੈਕਸਟ ਕਰਾਚੀ ਸੈਸ਼ਨ ਜਿਹੜਾ ਕਰਾਚੀ ਸੈਸ਼ਨ ਹੈ 1931 ਦੇ ਵਿੱਚ ਹੋਇਆ। ਇਹਨੂੰ ਪ੍ਰੀਸਾਈਡ ਕੀਤਾ ਸੀ ਵੱਲਭ ਭਾਈ ਪਟੇਲ ਨੇ, ਠੀਕ ਹੈ। ਇਹਦੇ ਵਿੱਚ ਕਾਂਗਰਸ ਨੇ ਅਡਾਪਟ ਕੀਤਾ ਰੈਜ਼ੋਲੂਸ਼ਨ ਫੰਡਾਮੈਂਟਲ ਰਾਈਟਸ ਤੇ ਇਕਨੋਮਿਕ ਪਾਲਿਸੀਜ਼ ਦੇ ਉੱਪਰ। ਉਹ ਤੋਂ ਬਾਅਦ ਅਗਲਾ ਸੈਸ਼ਨ ਹੈ ਹਰੀਪੁਰਾ, ਠੀਕ ਹੈ। ਜਿਹੜਾ ਹਰੀਪੁਰਾ ਸੈਸ਼ਨ ਹੈ ਸੁਭਾਸ਼ ਚੰਦਰ ਬੋਸ, ਇਹ ਵੀ ਪੁੱਛਿਆ ਜਾਂਦਾ ਪੇਪਰ 'ਚ ਵੀ ਕਿਹੜਾ ਸੈਸ਼ਨ ਉਹਨਾਂ ਨੇ ਕੀਤਾ ਸੀ? ਹਰੀਪੁਰਾ, ਸੁਭਾਸ਼ ਚੰਦਰ ਬੋਸ, ਓਕੇ। ਤੇ ਜਿਹੜਾ ਇਹ ਵਾਲਾ ਸੈਸ਼ਨ ਹੈ ਇਹਦੇ ਵਿੱਚ ਨੈਸ਼ਨਲ ਪਲੈਨਿੰਗ ਕਮੇਟੀ ਨੂੰ ਸੈਟਅਪ ਕੀਤਾ ਗਿਆ ਸੀ ਜਵਾਹਰ ਲਾਲ ਨਹਿਰੂ ਦੇ ਅੰਡਰ। ਉਹ ਤੋਂ ਬਾਅਦ ਨੈਕਸਟ ਹੈ ਤ੍ਰਿਪੁਰਾ ਸੈਸ਼ਨ। ਜਿਹੜਾ ਤ੍ਰਿਪੁਰਾ ਸੈਸ਼ਨ ਹੈ ਸੁਭਾਸ਼ ਚੰਦਰ ਬੋਸ ਨੇ ਕੀਤਾ ਸੀ ਇਹ ਵੀ ਲੀਡ, ਤੇ ਬੋਸ ਨੂੰ ਰਿਜ਼ਾਈਨ ਕਰਨਾ ਪਿਆ ਸੀ ਕਿਉਂਕਿ ਗਾਂਧੀ ਜੀ ਨਾਲ ਕੁਝ ਡਿਫਰੈਂਸਿਸ ਹੋ ਗਏ ਸੀ। ਉਹ ਤੋਂ ਬਾਅਦ ਨੈਕਸਟ ਹੈ ਮੇਰਠ ਸੈਸ਼ਨ। ਜਿਹੜਾ ਮੇਰਠ ਸੈਸ਼ਨ ਉਹਨੂੰ ਆਚਾਰਿਆ ਕ੍ਰਿਪਲਾਨੀ ਨੇ ਪ੍ਰੀਸਾਈਡ ਕੀਤਾ ਤੇ ਇਹ ਇੰਡੀਪੈਂਡੈਂਸ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਲਾਸਟ ਸੈਸ਼ਨ ਸੀ, ਓਕੇ। ਸੋ ਇਹ ਸਭ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਹੁਣ ਆਪਾਂ ਨੈਕਸਟ ਚੀਜ਼ ਪੜਨ ਜਾ ਰਹੇ ਹਾਂ। ਸੋ ਹੁਣ ਆਪਾਂ ਗੱਲ ਕਰਦੇ ਹਾਂ ਇੰਡੀਆਜ਼ ਫਸਟ ਵਾਰ ਆਫ ਇੰਡੀਪੈਂਡੈਂਸ, ਆਜ਼ਾਦੀ ਲਈ ਇੰਡੀਆ ਦੀ ਪਹਿਲੀ ਲੜਾਈ, ਜਿਹਨੂੰ ਆਪਾਂ ਰਿਵੋਲਟ ਆਫ 1857 ਦੇ ਨਾਮ ਤੋਂ ਵੀ ਜਾਣਦੇ ਹਾਂ ਜਾਂ ਫਿਰ ਸਿਪੋਏ ਮਿਊਟੀਨੀ ਦੇ ਨਾਮ ਤੋਂ ਵੀ ਜਾਣਦੇ ਹਾਂ। ਦੇਖੋ ਇਹ ਪਹਿਲੀ ਲੜਾਈ ਸੀ ਬ੍ਰਿਟਿਸ਼ਰਸ ਦੇ ਖਿਲਾਫ ਇੰਡੀਅਨਸ ਦੀ, ਠੀਕ ਹੈ। ਜਿਹੜਾ ਰਿਵੋਲਟ ਹੈ ਅਗਰ ਤੁਹਾਨੂੰ ਪੁੱਛੇ ਕਿ ਉਹ ਸਟਾਰਟ ਕਦੋਂ ਹੋਇਆ, ਸੋ ਸਟਾਰਟ ਹੋਇਆ ਸੀ 10th of May 1857 ਦੇ ਵਿੱਚ ਮੇਰਠ ਦੇ ਵਿੱਚ, ਠੀਕ ਹੈ। ਤੇ ਇਹਨੂੰ ਸਟਾਰਟ ਕਿਹਨਾਂ ਨੇ ਕੀਤਾ ਸੀ? ਜਿਹੜੇ ਸਿਪੋਏ ਸੀਗੇ ਬੰਗਾਲ ਪ੍ਰੈਜ਼ੀਡੈਂਸੀ ਦੇ, ਓਕੇ। ਜਿਹੜਾ ਇਹ ਵਾਲਾ ਵਾਰ ਸੀ ਨਾ, ਇਹ ਤੋਂ ਬਾਅਦ ਐ ਲੱਗਣ ਲੱਗ ਗਿਆ ਸੀ ਕਿ ਬ੍ਰਿਟਿਸ਼ਰਸ ਦਾ ਜਿਹੜਾ ਰੂਲ ਹੈ ਇੰਡੀਆ ਦੇ ਵਿੱਚ ਉਹ ਕਦੇ ਵੀ ਸਮਾਪਤ ਹੋ ਸਕਦਾ ਹੈ, ਠੀਕ ਹੈ। ਸੋ ਇਸ ਤੋਂ ਬਾਅਦ ਪਹਿਲਾਂ ਤਾਂ ਇਹ ਤੋਂ ਕੰਪਨੀ ਦਾ ਰੂਲ ਚੱਲਦਾ ਹੁੰਦਾ ਸੀ ਇੰਡੀਆ ਦੇ ਵਿੱਚ, ਬਟ ਇਹ ਤੋਂ ਬਾਅਦ ਸਿੱਧਾ ਹੀ ਬ੍ਰਿਟਿਸ਼ ਗਵਰਨਮੈਂਟ ਨੇ ਆਪਣਾ ਰੂਲ ਜਮਾ ਲਿਆ ਸੀ ਇੰਡੀਆ 'ਚ, ਠੀਕ ਹੈ। ਮਤਲਬ ਇਸ ਤੋਂ ਬਾਅਦ ਬਹੁਤ ਜ਼ਿਆਦਾ ਚੇਂਜਸ ਆਏ ਸੀਗੇ, ਇੰਨਾ ਤਾਕਤਵਰ ਇਹ ਸਾਬਿਤ ਹੋਇਆ ਸੀ ਬ੍ਰਿਟਿਸ਼ਰਸ ਦੇ ਖਿਲਾਫ। ਦੇਖੋ ਇਹਦੇ ਵੈਸੇ ਬਹੁਤ ਕਾਰਨ ਸੀਗੇ, ਜਿਵੇਂ ਕਿ ਅਗਰ ਆਪਾਂ ਸੋਸ਼ਲ ਕਾਰਨ ਦੀ ਗੱਲ ਕਰੀਏ ਤਾਂ ਇੰਡੀਅਨਸ ਨੂੰ ਲੱਗ ਰਿਹਾ ਸੀਗਾ ਕਿ ਬ੍ਰਿਟਿਸ਼ਰਸ ਹੈ ਜਿਹੜੇ ਉਹ ਸਾਡੇ ਕਸਟਮਸ ਦੇ ਨਾਲ ਛੇੜਖਾਨੀ ਕਰ ਰਹੇ ਆ, ਜਿਵੇਂ ਉਹ ਵਿਡੋ ਦੀ ਮੈਰਿਜ ਕਰੀ ਜਾ ਰਹੇ ਆ, ਸਤੀ ਪ੍ਰਥਾ ਖਤਮ ਕਰ ਰਹੇ ਆ, ਠੀਕ ਹੈ। ਸਾਨੂੰ ਕਹਿ ਰਹੇ ਆ ਕਿ ਇੰਗਲਿਸ਼ ਪੜ੍ਹੋ। ਉਹਦੇ ਬਾਅਦ ਨੈਕਸਟ ਅਗਰ ਆਪਾਂ ਇਕਨੋਮਿਕ ਫੈਕਟਰ ਦੀ ਗੱਲ ਕਰੀਏ ਤਾਂ ਬ੍ਰਿਟਿਸ਼ਰਸ ਜਿਹੜੇ ਨੇ ਉਹ ਇੱਕ ਤਰੀਕੇ ਨਾਲ ਇੰਡੀਆ ਨੂੰ ਲੁੱਟ ਰਹੇ ਸੀਗੇ, ਠੀਕ ਹੈ। ਤੇ ਇਹਦੇ ਵਿੱਚ ਇੱਕ ਤੁਸੀਂ ਪੜ੍ਹੋਗੇ ਦਾਦਾ ਭਾਈ ਨਾਰੋਜੀ ਨੇ ਇੱਕ ਇਕਨੋਮਿਕ ਵੈਲਥ ਡਰੇਨ ਥਿਊਰੀ ਵੀ ਦਿੱਤੀ ਸੀ, ਜਿਹਨੂੰ ਕਲਰ ਡਰੇਨ ਥਿਊਰੀ ਵੀ ਬੋਲਦੇ ਆ, ਠੀਕ ਹੈ। ਸੋ ਜਿਹੜੀ ਇਹ ਥਿਊਰੀ ਹੈ ਕਾਫੀ ਮਤਲਬ ਇਹਦਾ ਨਾਮ ਤੁਸੀਂ ਯਾਦ ਰੱਖੋਗੇ ਕਿ ਕਿਹਨੇ ਦਿੱਤੀ ਸੀ? ਦਾਦਾ ਭਾਈ ਨਹਿਰੂ ਜੀ। ਉਹ ਤੋਂ ਬਾਅਦ
ਹੋਰ ਵੀ ਕਾफी सारे कारण ਸੀਗੇ अलग-अलग, ठीक है। बट ਜਿਹੜਾ ਦਾ ਮੇਨ ਕਾਰਨ ਸੀਗਾ ਉਹ ਸੀਗਾ यूज ऑफ ਇਨਫੀਲਡ ਰਾਈਫਲ। ਦੇਖੋ ਕੀ ਹੈ, ਉਸ ਟਾਈਮ ਤੇ ਜਿਹੜੀ ਰਾਈਫਲਸ ਹੁੰਦੀਆਂ ਸੀ ਨਾ, ਉਹ ਕੀ ਹੁੰਦੀਆਂ ਸੀ, ਉਹਦੀ ਜਿਹੜੀ ਕਾਰਟਿਲੇਜ ਹੈ ਉਹਨੂੰ ਪਹਿਲਾਂ ਮੂੰਹ ਦੇ ਨਾਲ ਕੱਟਣਾ ਪੈਂਦਾ ਸੀ, ਠੀਕ ਹੈ, ਤਾਂ ਕਿ ਗਨ ਨੂੰ ਲੋਡ ਕੀਤਾ ਜਾ ਸਕੇ। ਲੋਡ ਕਰਨ ਤੋਂ ਪਹਿਲਾਂ ਉਹਨੂੰ ਕੱਟਣਾ ਪੈਂਦਾ ਸੀ। ਤਾਂ ਕੀ ਕੀਤਾ, ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਜਿਹੜੀ ਕਾਰਟਿਲੇਜ ਹੈ ਉਹਨੂੰ ਗਰੀਸ ਕਰਨਾ ਸਟਾਰਟ ਕਰਤਾ ਪਿਗ ਫੈਟ ਦੇ ਨਾਲ ਜਾਂ ਫਿਰ ਕਾਊ ਫੈਟ ਦੇ ਨਾਲ। ਹੁਣ ਅਗਰ ਪਿਗ ਫੈਟ ਨਾਲ ਕਰਾਂਗੇ ਤਾਂ ਇਹ ਜਿਹੜੇ ਮੁਸਲਿਮਸ ਹੈ ਉਹਨਾਂ ਦੇ ਸੈਂਟੀਮੈਂਟਸ ਦੇ ਨਾਲ ਖਿਲਵਾੜ ਹੈ, ਤੇ ਅਗਰ ਕਾਊ ਫੈਟ ਯੂਜ਼ ਕਰਾਂਗੇ, ਠੀਕ ਹੈ, ਮੂੰਹ ਨਾਲ ਛਿਲਣਾ ਹੈ ਕਿਸੇ ਚੀਜ਼ ਨੂੰ ਤੇ ਉੱਤੇ ਕਾਊ ਫੈਟ ਹੈ, ਤਾਂ ਇਹ ਹਿੰਦੂਜ਼ ਦੇ ਸੈਂਟੀਮੈਂਟਸ ਦੇ ਨਾਲ ਖਿਲਵਾੜ ਹੈ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਸੀ ਇਹ ਇਮੀਡੀਏਟ ਕਾਰਨ ਬਣੀ ਸੀ ਰਿਵੋਲਟ ਆਫ 1857 ਦਾ। ਓਕੇ, ਇਹਦੇ ਵਿੱਚ ਹੋਰ ਵੀ ਕਾਰਨ ਸੀਗੇ, ਜਿਵੇਂ ਕਿ ਬ੍ਰਿਟਿਸ਼ ਅਗਰ ਆਫੀਸਰਸ ਹੁੰਦੇ ਸੀ ਜਾਂ ਬ੍ਰਿਟਿਸ਼ ਆਰਮੀ ਸੀ ਉਹਨੂੰ ਜ਼ਿਆਦਾ ਸਹੂਲਤਾਂ ਮਿਲਦੀਆਂ ਸੀ, ਬਟ ਜਿਹੜੇ ਇੰਡੀਅਨ ਸਿਪਾਹੀਜ਼ ਹੁੰਦੇ ਸੀ ਉਹਨਾਂ ਨੂੰ ਘੱਟ ਸਹੂਲਤ ਮਿਲਦੀ ਸੀ। ਹੋਰ ਵੀ ਬਹੁਤ ਕਾਰਨ ਨੇ, ਬਟ ਮੇਨ ਚੀਜ਼ ਇਹ ਹੈ, ਠੀਕ ਹੈ। ਸੋ ਇਹ ਮੇਨ ਕਾਰਨ ਸੀਗਾ ਇਹ ਵਾਲੇ ਵਾਰ ਦਾ, ਇਹ ਯਾਦ ਰੱਖਿਓ, ਠੀਕ ਹੈ। ਉਸ ਤੋਂ ਬਾਅਦ ਦੇਖੋ ਹੁਣ ਆਪਾਂ ਪੜ੍ਹਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਹੋਈਆਂ। ਦੇਖੋ ਅਗਰ ਆਪਾਂ ਪੜ੍ਹੀਏ ਕਿ ਹੋਰ ਕਿਹੜੇ-ਕਿਹੜੇ ਕਾਜ਼ਸ ਸੀ, ਜਿਹੜੇ ਜ਼ਮੀਨਦਾਰਸ ਹੈ ਉਹ ਵੀ ਦੁਖੀ ਸੀਗੇ ਬ੍ਰਿਟਿਸ਼ਰਸ ਤੋਂ, ਜ਼ਮੀਨਦਾਰੀ ਸਿਸਟਮ ਆਪਾਂ ਪੜ੍ਹ ਕੇ ਆਏ ਹਾਂ, ਸੋ ਉਹਨਾਂ ਨੇ ਵੀ ਰਿਵੋਲਟ ਨੂੰ ਜੁਆਇਨ ਕਰ ਲਿਆ। ਉਸ ਤੋਂ ਇਲਾਵਾ ਬਹੁਤ ਸਾਰੇ ਰੂਲਰਸ ਜਿਹੜੇ ਸੀ ਉਹ ਵੀ ਦੁਖੀ ਸੀ, ਜਿਵੇਂ ਝਾਂਸੀ ਕੀ ਰਾਣੀ, ਠੀਕ ਹੈ, ਡਾਕਟ੍ਰਿਨ ਆਫ ਲੈਪਸ ਨਾਲ ਉਹਨਾਂ ਦਾ ਰਾਜਾ ਹੀ ਉਹਨਾਂ ਤੋਂ ਛੀਨ ਲਿੱਤਾ ਗਿਆ, ਸੋ ਉਹ ਵੀ बढ़ चढ़ के हिस्सा लिता उन्होंने भी ये लड़ाई दे विच, ठीक है। मतलब ਪੀਜ਼ੈਂਟਸ ਆਰਟੀਸਨਸ ਜਿਹੜੇ ਸੀ ਉਹਨਾਂ ਦੇ ਵੀ ਪੂਰਾ ਟ੍ਰੇਡਿੰਗ ਤੇ ਅਸਰ ਪੈ ਰਿਹਾ ਸੀ ਬ੍ਰਿਟਿਸ਼ਰਸ ਦੀ ਪਾਲਿਸੀਜ਼ ਕਰਕੇ, ਸੋ ਉਹਨਾਂ ਨੇ ਵੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ। ਸਿਪਾਹੀਜ਼ ਵੀ ਕਰ ਰਹੇ ਸੀ ਕਿਉਂਕਿ ਡਿਫਰੈਂਸ ਹੁੰਦਾ ਸੀਗਾ ਬ੍ਰਿਟਿਸ਼ ਤੇ ਇੰਡੀਅਨ ਸਿਪਾਹੀਜ਼ ਦੇ ਵਿੱਚ, ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੁੰਦਾ ਸੀ, ਠੀਕ ਹੈ। ਮਤਲਬ ਸਾਰਿਆਂ ਦੀ ਆਪਣੀ ਆਪਣੀ ਵਜ੍ਹਾ ਸੀਗੀ ਇਹ ਰਿਵੋਲਟ ਦੇ ਵਿੱਚ ਪਾਰਟਿਸਿਪੇਟ ਕਰਨ ਲਈ। ਤਾਂ ਅਲੱਗ-ਅਲੱਗ ਜਿਹੜੇ ਵਰਗ ਸੀਗੇ ਸੋਸਾਇਟੀ ਦੇ, ਇੰਡੀਅਨ ਸੋਸਾਇਟੀ ਦੇ, ਉਹਨਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ, ਠੀਕ ਹੈ। ਹੁਣ ਕੋਰਸ ਆਫ ਵਾਰ ਦੇਖਦੇ ਹਾਂ। ਦੇਖੋ ਸਭ ਤੋਂ ਪਹਿਲਾਂ ਕੀ ਹੈ ਕਿ ਜਿਹੜੀ ਟਰਬਲ ਹੈ ਉਹ ਸਟਾਰਟ ਹੋਈ ਸੀ ਕਿੱਥੋਂ, ਬਰਕਪੁਰ, ਠੀਕ ਹੈ, ਜਿੱਥੇ ਕਿ 34th ਨੇਟਿਵ ਇਨਫੈਂਟਰੀ ਰੈਜੀਮੈਂਟ ਸੀ। ਸੋ ਇੱਥੇ ਇੱਕ ਪਰਸਨ ਸੀ, ਤੁਸੀਂ ਨਾਮ ਉਹਨਾਂ ਦਾ ਜਾਣਦੇ ਹੋਵੋਗੇ, ਮੰਗਲ ਪਾਂਡੇ, ਤੇ ਬਾਅਦ ਚ ਇਹਨਾਂ ਨੂੰ ਫਾਂਸੀ ਹੋ ਗਈ ਸੀ, ਠੀਕ ਹੈ। ਜਿਹੜੇ ਮੰਗਲ ਪਾਂਡੇ ਸੀ ਇਹਨਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਇਹ ਵਾਲੀ ਗਨਸ ਦੇ ਯੂਜ਼ ਦੇ ਖਿਲਾਫ, ਤੇ ਈਵਨ ਇਹਨਾਂ ਨੇ ਕੁਝ ਆਫੀਸ਼ੀਅਲਸ ਨੂੰ ਵੀ ਮਾਰਤਾ ਸੀ ਗੋਲੀ ਨਾਲ। ਸੋ ਬਾਅਦ ਚ ਇਹਨਾਂ ਨੂੰ ਫਾਂਸੀ ਮਿਲ ਗਈ ਸੀ। ਉਸ ਤੋਂ ਬਾਅਦ ਮਤਲਬ ਇੱਕ ਤਾਂ ਪਹਿਲਾਂ ਤੋਂ ਇਹ ਸਭ ਚੀਜ਼ਾਂ ਹੋ ਰਹੀਆਂ ਸੀਗੀਆਂ ਕਿ ਡਿਸਕ੍ਰਿਮੀਨੇਸ਼ਨ ਹੋ ਰਿਹਾ, ਹੋਰ ਸਭ ਚੀਜ਼ਾਂ ਹੋ ਰਹੀਆਂ, ਤੇ ਉਸ ਤੋਂ ਬਾਅਦ ਇਹ ਇਨਸੀਡੈਂਟ ਹੋ ਗਿਆ। ਸੋ ਇਹ ਇਨਸੀਡੈਂਟ ਨੇ ਨਾ, ਕਹਿੰਦੇ ਆ ਨਾ, ਅੱਗ 'ਚ ਘੀ ਦਾ ਕੰਮ ਕੀਤਾ। ਸੋ ਇਹ ਤੋਂ ਬਾਅਦ ਜਿਹੜੇ ਸਿਪਾਹੀ ਸੀ ਉਹ ਕਾਫੀ ਜ਼ਿਆਦਾ ਗੁੱਸੇ 'ਚ ਆ ਗਏ। 10 ਮਈ 1857 ਨੂੰ ਮੇਰਠ ਦੇ ਵਿੱਚ ਜਿਹੜੇ ਸਿਪਾਹੀਜ਼ ਆ ਉਹ ਇਕੱਠੇ ਹੋਏ ਤੇ ਉਹਨਾਂ ਨੇ ਸੋਚਿਆ ਕਿ ਹੁਣ ਅੱਗੇ ਕੀ ਕੀਤਾ ਜਾਵੇ। ਸੋ ਉਹਨਾਂ ਨੇ ਕਿਹਾ ਕਿ ਜਿਹੜਾ ਮੁਗਲ ਰੂਲਰ ਹੈ, ਠੀਕ ਹੈ, ਇੰਡੀਆ ਦਾ, ਉਹਨਾਂ ਨੂੰ ਆਪਾਂ ਚੁਣਦੇ ਆਪਣਾ ਲੀਡਰ। ਸੋ ਜਿਹੜਾ ਬਹਾਦਰ ਸ਼ਾਹ 2 ਸੀ, ਉਹ ਵਿਚਾਰੇ ਨੂੰ ਪਤਾ ਵੀ ਨਹੀਂ ਸੀ ਕਿ ਮੈਨੂੰ ਲੀਡਰ ਬਣਾਇਆ ਜਾ ਰਿਹਾ, ਉਹਨੂੰ ਲੀਡਰ ਚੁਣ ਲਿਆ ਤੇ ਰਿਵੋਲਟ ਹੈ ਜਿਹੜਾ ਉਹਨੂੰ ਸਟਾਰਟ ਕਰ ਦਿੱਤਾ ਗਿਆ ਸੀ। ਓਕੇ, ਸੋ ਇਹ ਚੀਜ਼ ਧਿਆਨ ਰੱਖਿਓ। ਉਹ ਤੋਂ ਬਾਅਦ ਮਤਲਬ ਜਿਹੜੇ ਆ ਸਿਪਾਹੀਜ਼ ਮੇਰਠ ਇਕੱਠੇ ਹੋਏ ਸੀ, ਦਿੱਲੀ ਪਹੁੰਚ ਗਏ ਸੀਗੇ ਉਹਦੇ ਕੋਲ, ਤੇ ਉਹਨੂੰ ਕਹਤਾ ਕਿ ਹੁਣ ਤੁਸੀਂ ਲੀਡਰ ਹੋ ਤੇ ਅਸੀਂ ਰਿਵੋਲਟ ਸਟਾਰਟ ਕਰਨ ਜਾ ਰਹੇ ਹਾਂ, ਠੀਕ ਹੈ। ਸੋ ਹੁਣ ਇਹਦੇ ਵਿੱਚ ਮੇਨ ਜਿਹੜੀ ਚੀਜ਼ ਤੁਸੀਂ ਯਾਦ ਰੱਖਣੀ ਹੋ ਇਹ ਹੈ ਕਿ ਕਿਹੜੀ ਪਲੇਸ ਤੋਂ ਇਹ ਰਿਵੋਲਟ ਦੇ ਵਿੱਚ ਕੌਣ ਲੀਡਰ ਲੜ ਰਿਹਾ ਸੀਗਾ। ਬਹੁਤ ਵਾਰ ਪੇਪਰ 'ਚ ਕੁਐਸਚਨ ਆਉਂਦਾ ਹੈ, ਸੋ ਧਿਆਨ ਨਾਲ ਸੁਣਿਓ। ਦਿੱਲੀ ਤੋਂ ਲੜ ਰਹੇ ਸੀਗੇ ਬਹਾਦਰ ਸ਼ਾਹ 2 ਤੇ ਜਨਰਲ ਬਖਤ ਖਾਨ। ਉਹ ਤੋਂ ਬਾਅਦ ਲਖਨਊ ਤੋਂ ਲੜ ਰਹੇ ਸੀ ਬੇਗਮ ਹਜ਼ਰਤ ਮਹਿਲ, ਓਕੇ, ਤੇ ਨਾਲ ਬਿਰਜਿਸ਼ ਕਾਦਰ ਤੇ ਅਹਿਮਦੁੱਲਾ, 3 ਜਾਣੇ ਸੀ। ਉਹ ਤੋਂ ਬਾਅਦ ਨੈਕਸਟ ਕਾਨਪੁਰ ਤੋਂ ਨਾਨਾ ਸਾਹਿਬ ਰਾਓ ਸਾਹਿਬ, ਤਾਂਤੀਆ ਟੋਪੇ, ਅਜ਼ੀਮੁल्ला ਖਾਨ, ਓਕੇ। ਉਹ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਝਾਂਸੀ ਤੋਂ ਰਾਣੀ ਲక్ష్ਮੀ ਬਾਈ, ਓਕੇ। ਉਹ ਤੋਂ ਬਾਅਦ ਬਿਹਾਰ ਕੁंवर ਸਿੰਘ, ਬਹੁਤ ਪੁੱਛਦੇ ਇਹਨਾਂ ਦੇ ਬਾਰੇ, ਅਮਰ ਸਿੰਘ, ਇਹ 2 ਜਾਣੇ ਆ, कुंवर ਸਿੰਘ ਦਾ ਨਾਮ ਜ਼ਰੂਰ ਯਾਦ ਰੱਖਣਾ ਹੈ। ਉਹ ਤੋਂ ਬਾਅਦ ਰਾਜਸਥਾਨ ਤੋਂ ਹਰਦਿਆਲ ਸਿੰਘ, ਜੈਦਿਆਲ ਸਿੰਘ, ਫਾਰੂਕਬਾਦ ਤੁਜ਼ਵਲ ਹਸਨ ਖਾਨ, ਅਸਾਮ ਮਨੀਰਾਮ ਦੱਤ
ਤੇ ਨਾਲ ਕੰਦ ਪਰੇਸ਼ਾਵਰ ਸਿੰਘ, ओडिशा तो सुरेंद्र सही ਤੇ ਉਜਵਲ ਸ਼ਹੀ। ਠੀਕ ਹੈ, ਉੱਪਰ ਵਾਲੇ ਜਿਹੜੇ ਨੇ ਮੇਨ ਨੇ, ਬਾਕੀ ਜਿਹੜੇ ਲਾਸਟ ਵਾਲੇ 3-4 ਨੇ ਇਹਨਾਂ ਬਾਰੇ ਤਾਂ ਕਦੇ ਕਦੇ ਹੀ ਪੁੱਛਦੇ ਆ, ਮੇਨ ਉੱਪਰ ਵਾਲੇ ਯਾਦ ਰੱਖਣੇ ਆ। ਉਹ ਤੋਂ ਬਾਅਦ ਦੇਖੋ ਹੁਣ ਰਿਵੋਲਟ ਆਫ 1857 ਦਾ ਕੀ ਇੰਪੈਕਟ ਹੋਇਆ। ਜਿਹੜਾ ਕੰਪਨੀ ਪਹਿਲਾਂ ਰੂਲ ਕਰ ਰਹੀ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਸਿੱਧਾ ਬ੍ਰਿਟਿਸ਼ ਗਵਰਨਮੈਂਟ ਹੈ ਜਿਹੜੀ ਉਹ ਰੂਲ ਕਰਨ ਆ ਗਈ ਸੀ ਇੰਡੀਆ ਦੇ ਵਿੱਚ। ਠੀਕ ਹੈ, ਗਵਰਨਰ ਜਨਰਲ ਆਫ ਇੰਡੀਆ ਦੀ ਪੋਸਟ ਨੂੰ ਵਾਇਸਰਾਏ ਆਫ ਇੰਡੀਆ ਦੇ ਨਾਲ ਬਦਲ ਦਿੱਤਾ ਗਿਆ ਸੀ ਤੇ ਬ੍ਰਿਟਿਸ਼ਰਸ ਨੂੰ ਲੱਗਿਆ ਕਿ ਥੋੜਾ ਜਿਹਾ ਹੁਣ ਇੰਡੀਅਨਸ ਨਾਲ ਕੋਆਪਰੇਟ ਵੀ ਕਰਨਾ ਪਊਗਾ, ਨਹੀਂ ਤਾਂ ਕੰਮ ਖਰਾਬ ਹੋ ਜਾਊਗਾ। ਠੀਕ ਹੈ, ਸੋ ਨੈਕਸਟ ਹੁਣ ਆਪਾਂ ਦੇਖਦੇ ਹਾਂ ਸਟੋਰੀ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ 1905 ਦੀ ਗੱਲ ਕਰਦੇ ਹਾਂ। 1905 ਦੇ ਵਿੱਚ ਪਾਰਟੀਸ਼ਨ ਹੋਈ ਬੰਗਾਲ ਦੀ। ਜਿਹੜੀ ਬੰਗਾਲ ਦੀ ਪਾਰਟੀਸ਼ਨ ਹੋਈ ਸੀ ਕਿਹਨੇ ਕੀਤੀ ਸੀ? ਰॉबर्ट क्लाइव ਨੇ। ठीक है, तो उस टाइम तक ਤੁਹਾਨੂੰ ਪੁੱਛਿਆ ਜਾਵੇ कि वाइसराय कौन सी इंडिया ਦਾ? लॉर्ड कर्जन। ਬ੍ਰਿਟਿਸ਼ਰਸ ਨੇ ਇਹ ਕਿਹਾ ਸੀਗਾ ਕਿ ਅਸੀਂ ਬੰਗਾਲ ਦੀ ਪਾਰਟੀਸ਼ਨ ਕਰਨ ਲੱਗੇ ਹਾਂ ਤਾਂ ਕਿ ਸਾਨੂੰ ਐਡਮਿਨਿਸਟ੍ਰੇਸ਼ਨ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ, ਕਿਉਂਕਿ ਬੰਗਾਲ ਬਹੁਤ ਬੜਾ ਸੀ ਤੇ ਬ੍ਰਿਟਿਸ਼ਰਸ ਕਹਿੰਦੇ ਸੀ ਕਿ ਅਸੀਂ ਅੱਛੇ ਤਰੀਕੇ ਨਾਲ ਇਹਦੀ ਐਡਮਿਨਿਸਟ੍ਰੇਸ਼ਨ ਕਰ ਪਾਈਏ, ਇਸ ਲਈ ਅਸੀਂ ਇਹਨੂੰ ਡਿਵਾਈਡ ਕਰ ਰਹੇ ਹਾਂ। ਬਟ ਐਕਚੁਅਲ ਰੀਜ਼ਨ ਕੀ ਸੀਗਾ ਕਿ ਅਲੱਗ-ਅਲੱਗ ਜਿਹੜੇ ਲੋਕ ਸੀ, ਮਤਲਬ ਇਹਨਾਂ ਨੇ ਨਾ ਬ੍ਰਿਟਿਸ਼ਰਸ ਨੇ ਇੱਥੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਚੱਲੀ ਸੀਗੀ। ਹਿੰਦੂ ਏਰੀਆਜ਼ ਨੂੰ ਅਲੱਗ ਕਰਤਾ ਸੀ ਇੱਕ ਹਿਸਾਬ ਨਾਲ ਤੇ ਮੁਸਲਿਮ ਏਰੀਆਜ਼ ਨੂੰ ਅਲੱਗ ਕਰਤਾ ਸੀ। ਠੀਕ ਹੈ, ਸੋ ਜਿਹੜੇ ਤੁਹਾਡੇ ਨੋਟਸ ਆ ਉਹਦੇ ਵਿੱਚ ਸਾਰਾ ਕੁਝ ਮੈਂਸ਼ਨ ਹੈ, ਸੋ ਤੁਸੀਂ ਇਹਦੇ ਵਿੱਚ ਪੂਰੇ ਡਿਟੇਲ ਦੇ ਵਿੱਚ ਇੱਕ ਵਾਰ ਰੀਡ ਕਰ ਲਿਓ, ਬਿਕੋਜ਼ ਮੇਨ ਜਿਹੜੇ ਚੀਜ਼ ਪੁੱਛਦੇ ਹੋ ਇਹ ਚੀਜ਼ ਪੁੱਛਦੇ ਹੋ, ਉਹ ਤੁਹਾਨੂੰ ਮੈਂ ਦੱਸਦੀ। ਉਹ ਤੋਂ ਬਾਅਦ ਦੇਖੋ ਹੁਣ ਜਦੋਂ ਪਾਰਟੀਸ਼ਨ ਹੋਈ ਬੰਗਾਲ ਦੀ, ਉਸ ਤੋਂ ਬਾਅਦ ਹੀ स्वदेशी एंड ਬਾਇਕਾਟ ਮੂਵਮੈਂਟ ਨੂੰ ਚਲਾਇਆ ਗਿਆ ਸੀ। ਇੱਕ ਵਾਰ ਪੇਪਰ 'ਚ ਕੁਐਸਚਨ ਵੀ ਆਇਆ ਸੀ ਵੀ ਸਵਦੇਸ਼ੀ ਤੇ ਬਾਇਕਾਟ ਮੂਵਮੈਂਟ ਨੂੰ ਸਭ ਤੋਂ ਪਹਿਲਾਂ ਕਿਹੜੇ ਇਨਸੀਡੈਂਟ ਤੋਂ ਬਾਅਦ ਚਲਾਇਆ ਗਿਆ ਸੀ? ਪਾਰਟੀਸ਼ਨ ਆਫ ਬੰਗਾਲ ਤੋਂ ਬਾਅਦ। ਓਕੇ, ਦੇਖੋ ਹੁਣ ਜਿਹੜਾ ਬੰਗਾਲ ਸੀ ਨਾ ਉਹਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਬੰਗਾਲ ਨੂੰ ਜਿਹੜਾ ਡਿਵਾਈਡ ਕੀਤਾ ਗਿਆ ਸੀ ਉਹ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਸੀਗਾ। ਇੱਕ ਤਾਂ ਹੋਊਗਾ ਆਪਣੇ ਕੋਲ ਬੰਗਾਲ, ਠੀਕ ਹੈ, ਇੱਕ ਤਾਂ ਹੋਊਗਾ ਬੰਗਾਲ। ਇਹ ਬੰਗਾਲ ਦੇ ਵਿੱਚ ਕੀ ਕੀ ਹੋਊਗਾ? ਵੈਸਟ ਬੰਗਾਲ, ਉੜੀਸਾ ਤੇ ਬਿਹਾਰ, ਤੇ ਉਹ ਤੋਂ ਬਾਅਦ ਇੱਕ ਹੋਊਗਾ ਈਸਟ ਬੰਗਾਲ ਤੇ ਇੱਕ ਹੋਊਗਾ ਅਸਾਮ। ਸੋ ਇਸ ਤਰੀਕੇ ਦੇ ਨਾਲ ਜਿਹੜਾ ਬੰਗਾਲ ਸੀ ਉਹਨੂੰ ਡਿਵਾਈਡ ਕੀਤਾ ਗਿਆ ਸੀ। ਠੀਕ ਹੈ, ਜਿਹੜਾ ਈਸਟ ਬੰਗਾਲ ਸੀ ਉਹਦੇ ਵਿੱਚ ਤ੍ਰਿਪੁਰਾ, ਚਿਟਗਾਂਵ, ਢਾਕਾ ਇਹ ਸਭ ਡਿਵੀਜ਼ਨ ਆਉਂਦੇ ਸੀ, ਤੇ ਜਿਹੜਾ ਬੰਗਾਲ ਸੀਗਾ ਇਹ ਜ਼ਿਆਦਾ ਹਿੰਦੂ ਵਾਲਾ ਏਰੀਆ ਸੀਗਾ, ਇੱਥੇ ਮੈਜੋਰਿਟੀ ਹਿੰਦੂ ਲੋਕਾਂ ਦੀ ਸੀ। ਠੀਕ ਹੈ, ਤੇ ਜਿਹੜਾ ਅਸਾਮ ਸੀ ਇੱਥੇ ਜਿਹੜੀ ਮੈਜੋਰਿਟੀ ਸੀ ਮੁਸਲਿਮ ਲੋਕਾਂ ਦੀ ਸੀ। ਸੋ ਅਗਰ ਆਪਾਂ ਦੇਖੀਏ ਓਵਰਆਲ ਇਹਨਾਂ ਦੇ ਧਰਮ ਤੇ ਨਾਮ ਤੇ ਡਿਵੀਜ਼ਨ ਕੀਤਾ ਸੀਗਾ। ਠੀਕ ਹੈ, ਕਹਿਣ ਨੂੰ ਐਵੇਂ ਕਹਿੰਦੇ ਸੀਗੇ ਕਿ ਐਸਾ ਕੁਝ ਨਹੀਂ ਕੀਤਾ, ਬਟ ਧਰਮ ਦੇ ਨਾਮ ਤੇ ਹੀ ਇਹਨਾਂ ਨੇ ਡਿਵਾਈਡ ਕੀਤਾ ਸੀ। ਓਕੇ, ਉਹ ਤੋਂ ਬਾਅਦ ਜਦੋਂ ਪਾਰਟੀਸ਼ਨ ਹੋ ਗਈ ਬੰਗਾਲ ਦੀ ਤਾਂ ਲੋਕਾਂ ਨੇ ਬ੍ਰਿਟਿਸ਼ ਦਾ ਜਿਹੜਾ ਸਮਾਨ ਉਹਦਾ ਬਾਇਕਾਟ ਕਰਨਾ ਸਟਾਰਟ ਕਰਤਾ। ਲੋਕਾਂ ਨੇ ਆਪਣੀ ਗਵਰਨਮੈਂਟ ਜੌਬਸ ਛੱਡਤੀਆਂ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ, ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਅਸੀਂ ਸਿਰਫ ਇੰਡੀਆ ਦੇ ਬਣੇ ਹੋਈ ਚੀਜ਼ਾਂ ਹੀ ਯੂਜ਼ ਕਰਾਂਗੇ। ਸੋ ਸਵਦੇਸ਼ੀ ਐਂਡ ਬਾਇਕਾਟ ਮੂਵਮੈਂਟ ਹੈ ਜਿਹੜੀ ਉਹ ਸਟਾਰਟ ਹੋਈ। ਠੀਕ ਹੈ, ਤੇ ਲੋਕਾਂ ਨੇ ਵੀ ਬਹੁਤ ਜ਼ਿਆਦਾ ਪ੍ਰੋਟੈਸਟ ਕੀਤਾ ਸੀਗਾ। ਰਵਿੰਦਰਨਾਥ ਟੈਗੋਰ ਨੇ ਉਸ ਟਾਈਮ ਤੇ ਹੀ ਇੱਕ ਅਮਾਰ ਸੋਨਾਰ ਬਾਂਗਲਾ, ਸੋ ਜਿਹੜਾ ਅਮਾਰ ਸੋਨਾਰ ਬਾਂਗਲਾ ਸੀ ਨਾ ਉਹ ਅੱਗੇ ਜਾ ਕੇ ਨੈਸ਼ਨਲ ਐਂਥਮ ਬਣ ਗਈ ਸੀ ਬੰਗਲਾਦੇਸ਼ ਦੀ। ਠੀਕ ਹੈ, ਅਗਰ ਪੁੱਛਿਆ ਜਾਵੇ ਕਿ ਉਹਨੂੰ ਕੰਪੋਜ਼ ਕਿਹਨੇ ਕੀਤਾ? ਰਵਿੰਦਰਨਾਥ ਟੈਗੋਰ ਨੇ। ਉਹ ਤੋਂ ਬਾਅਦ ਪਰ ਜਿਹੜਾ ਇਹ ਚੀਜ਼ ਸੀ ਨਾ ਕਿ ਪਾਰਟੀਸ਼ਨ ਹੋ ਗਈ ਬੰਗਾਲ ਦੀ, ਉਹਨੂੰ ਕੈਂਸਲ ਕਦੋਂ ਕੀਤਾ ਗਿਆ? ਇਹ ਚੀਜ਼ ਵੀ ਇੰਪੋਰਟੈਂਟ ਹੈ। ਸੋ ਇਹ ਚੀਜ਼ ਨੂੰ ਕੈਂਸਲ ਕੀਤਾ ਗਿਆ ਸੀ 1911 ਦੇ ਵਿੱਚ। ਠੀਕ ਹੈ, ਤੇ 1911 ਦੇ ਵਿੱਚ ਹੀ ਜਿਹੜੀ ਕੈਪੀਟਲ ਸੀ ਬ੍ਰਿਟਿਸ਼ ਇੰਡੀਆ ਦੀ ਉਹਨੂੰ ਦਿੱਲੀ ਟੂ ਕੈਲਕਟਾ ਸ਼ਿਫਟ ਕੀਤਾ ਗਿਆ। ਓਕੇ, ਉਹ ਤੋਂ ਬਾਅਦ ਨੈਕਸਟ ਹੁਣ ਗੱਲ ਕਰਦੇ ਹਾਂ ਮੁਸਲਿਮ ਲੀਗ। ਜਿਹੜੀ ਮੁਸਲਿਮ ਲੀਗ ਸੀ ਉਹਦੀ ਫਾਰਮੇਸ਼ਨ ਹੋਈ ਸੀ 1906 ਦੀ। ਠੀਕ ਹੈ, ਕਿਉਂਕਿ ਪਾਰਟੀਸ਼ਨ ਦੇ ਨਾਲ ਕਮਿਊਨਲ ਡਿਵਾਈਡ ਵੀ ਹੋਣ ਲੱਗ ਗਿਆ ਸੀ, ਸੋ ਮੁਸਲਿਮ ਲੀਗ ਅਲੱਗ ਬਣ ਗਈ 1906 ਦੇ ਵਿੱਚ। ਅਗਰ ਤੁਹਾਨੂੰ ਪੇਪਰ 'ਚ ਪੁੱਛਿਆ ਜਾਵੇ ਕਿ ਮੁਸਲਿਮ ਲੀਗ ਹੈ ਜਿਹੜੀ ਉਹ ਕਿਹਦੀ ਲੀਡਰਸ਼ਿਪ ਦੇ ਅੰਡਰ ਬਣੀ, ਸੋ ਕੌਣ ਸੀ? ਅਗਾ ਖਾਨ, ਠੀਕ ਹੈ, ਨਵਾਬ ਆਫ ਢਾਕਾ ਤੇ ਨਵਾਬ ਮੋਹਸਿਨ ਉਲ ਮੁਲਕ।
ठीक है। सो इन्हां दे नाम तुसी याद रखोगे। उस तो बाद नैक्सट आपां पढ़दे सूरत स्प्लिट। सूरत स्प्लिट दे विच मैं तुहानूं दस्सिया सीगा सैशन भी सी सूरत वाला 1907 च होया सी ते इहदे विच की सी जिहड़े एक्सट्रीमिस्ट सी ते मॉडरेट सी उन्हां विच आपस च लड़ाई हो गई सी। ठीक है, दोनों अलग-अलग हो गए सी। देखो ਇਹਦੇ ਵਿੱਚ ਕੀ ਸੀਗਾ, ਜਿਹੜਾ 1907 ਦਾ ਸੈਸ਼ਨ ਸੀ ਨਾ, ਇਹਦੇ ਵਿੱਚ ਦੋ ਡਿਮਾਂਡਸ ਰੱਖਿਆ ਗਈਆਂ। ਇੱਕ ਤਾਂ ਸਵਰਾਜ ਦੀ ਡਿਮਾਂਡ ਤੇ ਇਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਲਾਲਾ ਲਾਜਪਤ ਰਾਏ ਆ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਜਾਵੇ ਇੰਡੀਅਨ ਨੈਸ਼ਨਲ ਕਾਂਗਰਸ ਦਾ। ਬਟ ਐਕਸਟ੍ਰੀਮਿਸਟ ਦੀ ਇਹ ਦੋਨੋਂ ਡਿਮਾਂਡ ਚੋਂ ਕੋਈ ਵੀ ਡਿਮਾਂਡ ਨਹੀਂ ਮੰਨੀ ਗਈ। ਠੀਕ ਹੈ, ਲਾਲਾ ਲਾਜਪਤ ਰਾਏ ਦੀ ਜਗ੍ਹਾ ਰਾਜ ਬਿਹਾਰੀ ਘੋਸ਼ ਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਸੀ। ਓਕੇ, ਤੇ ਇਸ ਕਰਕੇ ਜਿਹੜੇ ਐਕਸਟ੍ਰੀਮਿਸਟ ਸੀ ਫਿਰ ਉਹਨਾਂ ਨੂੰ ਗੁੱਸਾ ਆ ਗਿਆ ਤੇ ਫਾਈਨਲੀ ਉਹਨਾਂ ਨੇ ਕਹਿਤਾ ਕਿ ਹੁਣ ਅਸੀਂ ਅਲੱਗ ਹੈ ਮੋਡਰੇਟਸ ਤੋਂ। ਉਸ ਤੋਂ ਬਾਅਦ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਮੌਰਲੇ ਮਿੰਟੋ ਰਿਫਾਰਮਸ 1909 ਜਾਂ ਇਹਨੂੰ ਇੰਡੀਅਨ ਕਾਉਂਸਿਲ ਐਕਟ 1909 ਵੀ ਬੋਲਦੇ ਆ। ਠੀਕ ਹੈ, ਜਿਹੜਾ ਇਹ ਐਕਟ ਸੀਗਾ ਇਹਦੇ ਵਿੱਚ ਬ੍ਰਿਟਿਸ਼ਰਸ ਕੁਝ ਰਿਫਾਰਮਸ ਲੈ ਗਏ ਇੰਡੀਅਨਸ ਦੇ ਲਈ। ਠੀਕ ਹੈ, ਹੁਣ ਇਹਨੂੰ ਮੌਰਲੇ ਮਿੰਟੋ ਕਿਉਂ ਬੋਲਦੇ ਆ, ਬਿਕੋਜ਼ ਉਸ ਟਾਈਮ ਤੇ ਜਿਹੜਾ ਸੈਕਟਰੀ ਆਫ ਸਟੇਟ ਸੀਗਾ ਇੰਡੀਆ ਦਾ ਉਹ ਕੌਣ ਸੀ, ਮੌਰਲੇ ਸੈਕਟਰੀ ਸੀ ਤੇ ਵਾਇਸਰਾਏ ਜਿਹੜਾ ਸੀ ਉਹ ਸੀਗਾ ਮਿੰਟੋ। ਠੀਕ ਹੈ, ਕਈ ਵਾਰ ਇਹ ਵੀ ਪੇਪਰ 'ਚ ਕੁਐਸਚਨ ਪੁੱਛਿਆ ਗਿਆ ਕਿ ਮੌਰਲੇ ਵਾਇਸਰਾਏ ਸੀ ਜਾਂ ਸੈਕਟਰੀ ਸੀ। ਸੋ ਸੈਕਟਰੀ ਸੀ ਤੇ ਮਿੰਟੋ ਵਾਇਸਰਾਏ ਸੀ। ਹੁਣ ਮੌਰਲੇ ਮਿੰਟੋ ਰਿਫਾਰਮ ਦੇ ਵਿੱਚ ਕਾਫੀ ਸਾਰੇ ਪ੍ਰੋਵੀਜ਼ਨਸ ਰੱਖੇ ਗਏ, ਜਿਵੇਂ ਕਿਹਾ ਗਿਆ ਕਿ ਲੈਜਿਸਲੇਟਿਵ ਕਾਉਂਸਿਲ ਹੈ ਜਿਹੜੀ ਸੈਂਟਰ ਤੇ ਉਹਦਾ ਜਿਹੜਾ ਸਾਈਜ਼ ਹੈ ਉਹਨੂੰ ਇਨਕਰੀਜ਼ ਕੀਤਾ ਜਾਊਗਾ। ਸੈਂਟਰਲ ਲੈਜਿਸਲੇਟਿਵ ਕਾਉਂਸਿਲ ਨੂੰ 16 ਤੋਂ 60 ਦੀ ਲਿਮਿਟ ਦਿੱਤੀ ਜਾਊਗੀ, ਮਤਲਬ ਮੈਂਬਰਸ ਨੂੰ ਵਧਾਇਆ ਜਾਊਗਾ। ਜਿਹੜੀ ਲੈਜਿਸਲੇਟਿਵ ਕਾਉਂਸਿਲ ਹੈ ਬੰਗਾਲ, ਮਦਰਾਸ, ਬੰਬੇ ਦੀਆਂ, ਠੀਕ ਹੈ, ਉਹਨਾਂ ਵਿੱਚ 50-50 ਮੈਂਬਰਸ ਹੋਣਗੇ। ਉਹ ਤੋਂ ਬਾਅਦ ਲੈਜਿਸਲੇਟਿਵ ਕਾਉਂਸਿਲ ਜਿਹੜੀ ਸੈਂਟਰ ਤੇ ਹੋਊਗੀ ਤੇ ਪ੍ਰੋਵਿੰਸਿਸ ਦੇ ਵਿੱਚ ਹੋਊਗੀ, ਉਹਦੇ 4 ਕੈਟਾਗਰੀਜ਼ ਹੋਣਗੇ ਮੈਂਬਰ ਦੇ, ਜਿਵੇਂ ਉਹਦੇ ਵਿੱਚ ਗਵਰਨਰ ਜਨਰਲ ਹੋਊਗਾ, ਮੈਂਬਰਸ ਹੋਣਗੇ ਐਗਜ਼ੀਕਿਊਟਿਵ ਕਾਉਂਸਿਲ ਦੇ, ਨੋਮੀਨੇਟਿਡ ਆਫੀਸ਼ੀਅਲ ਮੈਂਬਰਸ ਹੋਣਗੇ ਤੇ ਨੋਮੀਨੇਟਿਡ ਨਾਨ ਆਫੀਸ਼ੀਅਲ ਮੈਂਬਰਸ ਹੋਣਗੇ। ਉਹ ਤੋਂ ਬਾਅਦ ਇਹ ਸਭ ਦੇ ਵਿੱਚ ਇੱਕ ਚੀਜ਼ ਤੁਸੀਂ ਜਿਹੜੀ ਮੇਨ ਯਾਦ ਰੱਖਣੀ ਹੈ ਮੌਰਲੇ ਮਿੰਟੋ ਰਿਫਾਰਮ ਦੇ ਵਿੱਚ, ਉਹ ਇਹ ਰੱਖਣੀ ਹੈ ਕਿ ਇਹਦੇ ਵਿੱਚ ਸੈਪਰੇਟ ਇਲੈਕਟੋਰੇਟਸ ਦਾ ਵੀ ਪ੍ਰੋਵੀਜ਼ਨ ਦਿੱਤਾ ਗਿਆ ਸੀਗਾ। ਸੈਪਰੇਟ ਇਲੈਕਟੋਰੇਟਸ ਮਤਲਬ ਕਿ ਜਿਹੜੇ ਮੁਸਲਿਮ ਉਹ ਮੁਸਲਿਮ ਨੂੰ ਵੋਟ ਪਾਣਗੇ, ਜਿਹੜੇ ਹਿੰਦੂਜ਼ ਆ ਉਹ ਹਿੰਦੂਜ਼ ਨੂੰ ਵੋਟ ਪਾਣਗੇ। ਸੋ ਮੇਨ ਚੀਜ਼ ਜਿਹੜੀ ਯਾਦ ਰੱਖਣੀ ਹੈ ਤੁਸੀਂ ਉਹ ਇਹ ਯਾਦ ਰੱਖਣੀ ਹੈ, ਪੇਪਰ 'ਚ ਡਾਇਰੈਕਟ ਕੁਐਸਚਨ ਆਉਂਦਾ ਹੈ ਕਿ ਐਸਾ ਕਿਹੜਾ ਐਕਟ ਹੈ ਜਿਹਦੇ ਵਿੱਚ ਸੈਪਰੇਟ ਇਲੈਕਟੋਰੇਟਸ ਦੀ ਗੱਲ ਕੀਤੀ ਗਈ ਸੀ ਮੁਸਲਿਮਸ ਦੇ ਲਈ। ਸੋ 1909 ਦਾ ਐਕਟ, ਤੇ ਈਵਨ ਇਹਨੂੰ ਜਿਹੜੀ ਮੁਸਲਿਮ ਲੀਗ ਸੀ ਉਹਨੇ ਸਪੋਰਟ ਦਿੱਤਾ ਸੀ ਆਪਣਾ। ਓਕੇ, ਉਹ ਤੋਂ ਬਾਅਦ ਹੁਣ ਨੈਕਸਟ ਆਪਾਂ ਗਦਰ ਪਾਰਟੀ, ਕੋਮਾਗਾਟਾ ਮਾਰੂ ਇਨਸੀਡੈਂਟ ਦੇ ਬਾਰੇ ਪੜ੍ਹ ਚੁੱਕੇ ਹਾਂ। ਗਦਰ ਪਾਰਟੀ ਦੇ ਬਾਰੇ ਆਪਾਂ ਨੇ ਸਾਰਾ ਡਿਸਕਸ ਕੀਤਾ ਸੀ ਜਦੋਂ ਆਪਾਂ ਪੰਜਾਬ ਦੀ ਹਿਸਟਰੀ ਡਿਸਕਸ ਕੀਤੀ। ਠੀਕ ਹੈ, ਕੋਮਾਗਾਟਾ ਮਾਰੂ ਇਨਸੀਡੈਂਟ ਦੇ ਬਾਰੇ ਵੀ ਸਾਰਾ ਦੇਖਿਆ ਸੀ, ਸੋ ਤੁਸੀਂ ਉੱਥੋਂ ਕਵਰ ਕਰ ਸਕਦੇ ਹੋ। ਸੋ ਨੈਕਸਟ ਨੂੰ ਆਪਾਂ ਬਹੁਤ ਹੀ ਇੰਪੋਰਟੈਂਟ ਇਵੈਂਟ ਪੜ੍ਹਨ ਜਾ ਰਹੇ ਹਾਂ, ਮਹਾਤਮਾ ਗਾਂਧੀ ਰਿਟਰਨ ਟੂ ਇੰਡੀਆ। ਸਭ ਤੋਂ ਪਹਿਲਾ ਕੁਐਸਚਨ ਤਾਂ ਇਹ ਉੱਠਦਾ ਹੁੰਦਾ ਕਿ ਮਹਾਤਮਾ ਗਾਂਧੀ ਇੰਡੀਆ 'ਚ ਕਦੋਂ ਆਏ, 1915 ਨੂੰ। ਠੀਕ ਹੈ, ਮਹਾਤਮਾ ਗਾਂਧੀ ਇੰਡੀਆ 'ਚ ਕਿੱਥੋਂ ਆਏ ਸੀ, ਸਾਊਥ ਅਫਰੀਕਾ ਤੋਂ। ਸਾਊਥ ਅਫਰੀਕਾ ਦੇ ਵਿੱਚ 20 ਸਾਲ ਤੋਂ ਵੀ ਜ਼ਿਆਦਾ ਮਹਾਤਮਾ ਗਾਂਧੀ ਰਹੇ ਤੇ ਉੱਥੇ ਇਹਨਾਂ ਨੇ ਸੱਤਿਆਗ੍ਰਹਿ ਚਲਾਇਆ ਸੀ। ਓਕੇ, ਤੇ ਇੰਡੀਆ ਦੇ ਵਿੱਚ ਵੀ ਇਹਨਾਂ ਨੇ ਉਹੀ ਸੱਤਿਆਗ੍ਰਹਿ ਦੇ ਹਥਿਆਰ ਨੂੰ ਬ੍ਰਿਟਿਸ਼ਰਸ ਦੇ ਖਿਲਾਫ ਆ ਕੇ ਚਲਾਇਆ। ਸੋ ਜਦੋਂ ਮਹਾਤਮਾ ਗਾਂਧੀ ਆਏ ਉਹਨਾਂ ਨੇ ਅਲੱਗ-ਅਲੱਗ ਸੱਤਿਆਗ੍ਰਹਿ ਚਲਾਏ ਇੰਡੀਆ ਦੇ ਵਿੱਚ। ਜਿਹੜਾ ਸਭ ਤੋਂ ਪਹਿਲਾ ਸੱਤਿਆਗ੍ਰਹਿ ਹੈ ਉਹ ਹੈਗਾ ਚੰਪਾਰਨ ਸੱਤਿਆਗ੍ਰਹਿ, 1917 ਦੇ ਵਿੱਚ ਇਹ ਹੋਇਆ। ਦੇਖੋ, ਜਿਹੜਾ ਫਸਟ ਸਿਵਲ ਡਿਸਓਬੀਡੈਂਸ ਮੂਵਮੈਂਟ ਹੈ ਗਾਂਧੀ ਜੀ ਨੇ ਚਲਾਈ ਉਹਨੂੰ ਚੰਪਾਰਨ ਸੱਤਿਆਗ੍ਰਹਿ ਵੀ ਬੋਲਦੇ ਆ। ਸੋ ਯਾਨੀ ਕਿ ਚੰਪਾਰਨ ਸੱਤਿਆਗ੍ਰਹਿ ਨੂੰ ਫਸਟ ਸਿਵਲ ਡਿਸਓਬੀਡੈਂਸ ਮੂਵਮੈਂਟ ਵੀ ਬੋਲਦੇ ਆ, ਜੋ ਕਿ ਗਾਂਧੀ ਜੀ ਨੇ ਚਲਾਈ ਸੀ ਇੰਡੀਆ ਦੇ ਵਿੱਚ, ਇਹ ਯਾਦ ਰੱਖਿਓ। ਠੀਕ ਹੈ, ਇੱਕ ਪਰਸਨ ਸੀਗਾ ਰਾਜਕੁਮਾਰ ਜੋ ਕਿ ਇੰਡੀਗੋ ਕਲਟੀਵੇਟਰ ਸੀਗਾ, ਗਾਂਧੀ ਜੀ ਕੋਲ ਆਇਆ ਬਿਹਾਰ ਦੇ ਵਿੱਚ ਜਦੋਂ ਗਾਂਧੀ ਜੀ ਚੰਪਾਰਨ ਬਿਹਾਰ 'ਚ ਗਏ। ਸੋ ਉੱਥੇ ਆਇਆ, ਠੀਕ ਹੈ, ਤੇ ਉੱਥੇ ਉਹਨੇ ਆ ਕੇ ਸਾਰੀ ਫਾਰਮਰਸ ਦੀ ਸਟੇਟ ਸਮਝਾਈ ਕਿ ਅਸੀਂ ਕਿੰਨੇ ਬੁਰੇ ਹਾਲ 'ਚ ਹੈ, ਸਾਨੂੰ ਕਿੰਨੇ ਟੈਕਸਿਸ ਦੇਣੇ ਪੈ ਰਹੇ ਆ ਤੇ ਕਿੰਨਾ ਗਲਤ ਸਿਸਟਮ ਹੈ ਕਿ ਸਾਨੂੰ ਫੋਰਸ ਕੀਤਾ ਜਾਂਦਾ ਹੈ ਕਿ ਅਸੀਂ ਇੰਡੀਗੋ ਨੂੰ ਉਗਾਈਏ। ਠੀਕ ਹੈ, ਕਿਉਂਕਿ ਇੰਡੀਗੋ ਦੀ ਡਿਮਾਂਡ ਬਹੁਤ ਜ਼ਿਆਦਾ ਸੀ, ਬ੍ਰਿਟਿਸ਼ਰਸ ਇਹਨੂੰ ਐਕਸਪੋਰਟ ਕਰਦੇ ਹੁੰਦੇ ਸੀ। ਠੀਕ ਹੈ, ਬਾਹਰਲੀ ਕੰਟਰੀਜ਼ 'ਚ ਬਹੁਤ ਜ਼ਿਆਦਾ ਇੰਡੀਗੋ ਦੀ ਡਿਮਾਂਡ ਸੀ। ਸੋ ਪਰ ਜਿਹੜਾ ਇੰਡੀਗੋ ਹੈ ਉਹਦਾ ਨੁਕਸਾਨ ਉਗਾਉਣ ਦਾ ਇਹ ਹੁੰਦਾ ਸੀ ਕਿ ਉਹ ਇਨਫਰਟਾਈਲ ਕਰ ਦਿੰਦਾ ਸੀ ਲੈਂਡ ਨੂੰ। ਠੀਕ ਹੈ, ਸੋ ਫਾਰਮਰਸ ਜਿਹੜੇ ਸੀ ਉਹ ਖੁਸ਼ ਨਹੀਂ ਸੀਗੇ ਇੰਡੀਗੋ ਨੂੰ ਉਗਾ ਕੇ, ਬਟ ਬ੍ਰਿਟਿਸ਼ਰਸ ਉਹਨਾਂ ਨੂੰ ਫੋਰਸ ਕਰਦੇ ਸੀ ਕਿ ਉਗਾਓ ਅਸੀਂ ਬਾਹਰ ਐਕਸਪੋਰਟ ਕਰਨਾ ਹੈ। ਓਕੇ, ਸੋ ਇਸ ਕਰਕੇ ਫਾਰਮਰਸ ਦੀ ਜਿਹੜੀ ਕੰਡੀਸ਼ਨ ਸੀ ਉਹ ਬਹੁਤ ਜ਼ਿਆਦਾ ਖਰਾਬ ਸੀਗੀ। ਸੋ ਗਾਂਧੀ ਜੀ ਨੇ ਚੰਪਾਰਨ ਸੱਤਿਆਗ੍ਰਹਿ ਦੇ ਵਿੱਚ ਇਹ ਫਾਰਮਰਸ ਦੀ ਹੈਲਪ ਕੀਤੀ ਸੀਗੀ, ਇੰਡੀਗੋ ਫਾਰਮਰਸ ਦੀ। ਤੁਸੀਂ ਇਹ ਚੀਜ਼ ਨੂੰ ਯਾਦ ਰੱਖਣਾ ਹੈ। ਤੇ ਜਿਹੜਾ ਚੰਪਾਰਨ ਸੱਤਿਆਗ੍ਰਹਿ ਸੀ ਇਹ ਫਸਟ ਐਕਸਪੈਰੀਮੈਂਟ ਸੀ ਸੱਤਿਆਗ੍ਰਹਿ ਦਾ ਗਾਂਧੀ ਜੀ ਦੇ ਦੁਆਰਾ,
ਓਕੇ। ਤੇ ਇਹਦੇ ਵਿੱਚ ਜਿਹੜੇ ਪੀਜ਼ੈਂਟ ਸੀ ਉਹਨਾਂ ਨੂੰ ਸਾਰੇ ਉਹਨਾਂ ਦੇ ਉੱਪਰ ਜੋ ਵੀ ਕਰਜ਼ ਵਗੈਰਾ ਚੜੇ ਹੋਏ ਸੀ ਗਾਂਧੀ ਜੀ ਨੇ ਉਹਨਾਂ ਤੋਂ ਉਹਨਾਂ ਨੂੰ ਮੁਕਤ ਕਰਵਾਇਆ। ਓਕੇ। ਉਹ ਤੋਂ ਬਾਅਦ ਤੇ ਇਹੀ ਸੱਤਿਆਗ੍ਰਹਿ ਦਾ ਟਾਈਮ ਸੀਗਾ ਜਦੋਂ ਗਾਂਧੀ ਜੀ ਨੂੰ ਨਾਮ ਦਿੱਤੇ ਗਏ ਬਾਪੂ ਐਂਡ ਮਹਾਤਮਾ ਲੋਕਾਂ ਦੇ ਦੁਆਰਾ। ਉਹ ਤੋਂ ਬਾਅਦ ਨੈਕਸਟ ਹੁਣ ਸੈਕਿੰਡ ਜਿਹੜਾ ਸੱਤਿਆਗ੍ਰਹਿ ਹੈ ਉਹ ਹੈਗਾ ਖੇੜਾ ਸੱਤਿਆਗ੍ਰਹਿ। ਜਿਹੜਾ ਖੇੜਾ ਸੱਤਿਆਗ੍ਰਹਿ ਹੈ 1918 ਦੇ ਵਿੱਚ ਇਹਨੂੰ ਚਲਾਇਆ ਗਿਆ। ਓਕੇ। ਇਹਦੇ ਵਿੱਚ ਕੀ ਸੀਗਾ ਖੇੜਾ ਡਿਸਟ੍ਰਿਕਟ ਜਿਹੜੀ ਹੈਗੀ ਖੇੜਾ ਜਿਹੜਾ ਹੈ ਉਹ ਗੁਜਰਾਤ ਦੇ ਇੱਕ ਡਿਸਟ੍ਰਿਕਟ ਦਾ ਨਾਮ ਹੈ। ਠੀਕ ਹੈ। ਸੋ ਉੱਥੇ ਕੀ ਹੋ ਗਿਆ ਡਰਾਊਟਸ ਆ ਗਏ। ਸੋ ਲਾਅ ਦੇ ਅਕੋਰਡਿੰਗ ਜਿਹੜੇ ਫਾਰਮਰਸ ਹੈ ਉਹਨਾਂ ਨੂੰ ਰਿਮਿਸ਼ਨ ਮਿਲਣੀ ਚਾਹੀਦੀ ਹੈ। ਠੀਕ ਹੈ। ਬਟ ਜਿਹੜੀ ਗਵਰਨਮੈਂਟ ਹੈ ਉਹ ਰਿਮਿਸ਼ਨ ਦੇਣ ਤੋਂ ਇਨਕਾਰ ਕਰ ਰਹੀ ਸੀ। ਸੋ ਸਰਦਾਰ ਵੱਲਭ ਭਾਈ ਪਟੇਲ ਗਾਂਧੀ ਜੀ ਦੀ ਗਾਈਡੈਂਸ ਦੇ ਅੰਦਰ ਉਹਨਾਂ ਨੇ ਫਾਰਮਰਸ ਨੂੰ ਕਿਹਾ ਕਿ ਆਪਾਂ ਪ੍ਰੋਟੈਸਟ ਕਰਦੇ ਹਾਂ। ਠੀਕ ਹੈ। ਇਸ ਚੀਜ਼ ਦੇ ਖਿਲਾਫ। ਸੋ ਜਿਹੜੇ ਅਲੱਗ-ਅਲੱਗ ਕਾਸਟ ਦੇ ਲੋਕ ਸੀਗੇ ਉਹ ਵੀ ਉਹਨਾਂ ਨੇ ਸਪੋਰਟ ਕੀਤਾ ਇਹ ਮੂਵਮੈਂਟ ਨੂੰ। ਠੀਕ ਹੈ। ਬਟ ਜਿਹੜੀ ਪ੍ਰੋਟੈਸਟ ਸੀ ਉਹ ਪੀਸਫੁਲ ਸੀ ਤੇ ਕਾਫੀ ਜ਼ਿਆਦਾ ਕਰੇਜ ਸ਼ੋ ਕੀਤਾ ਗਿਆ ਗਵਰਨਮੈਂਟ ਦੇ ਖਿਲਾਫ। ਠੀਕ ਹੈ। ਫਾਈਨਲੀ ਜਿਹੜੀ ਅਥਾਰਟੀ ਸੀ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਫਾਰਮਰਸ ਨੂੰ ਕੁਝ ਕੰਸੈਸ਼ਨ ਦੇ ਦਾਂਗੇ। ਸੋ ਜਿਹੜਾ ਚੰਪਾਰਨ ਸੱਤਿਆਗ੍ਰਹਿ ਸੀ ਉਹ ਕਿਹਦੇ ਖਿਲਾਫ ਸੀਗਾ ਇੰਡੀਗੋ ਫਾਰਮਰਸ ਦੇ ਮਤਲਬ ਇੰਡੀਗੋ ਫਾਰਮਰਸ ਦੀ ਸਪੋਰਟ ਦੇ ਵਿੱਚ ਸੀਗਾ। ਜਿਹੜਾ ਖੇੜਾ ਸੱਤਿਆਗ੍ਰਹਿ ਸੀਗਾ ਉਹਦੇ ਵਿੱਚ ਜਿਹੜੇ ਫਾਰਮਰ ਸੀ ਉਹ ਦੁਖੀ ਸੀ ਕਾਹਨੂੰ ਡਰਾਊਟਸ ਨੂੰ ਲੈ ਕੇ। ਓਕੇ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਥਰਡ ਹੈ ਅਹਿਮਦਾਬਾਦ ਮਿਲ ਸਟ੍ਰਾਈਕ। ਇਹ ਹੋਈ ਸੀ 1980 ਦੇ ਵਿੱਚ। ਜਿਹੜੇ ਗਾਂਧੀ ਜੀ ਉਹਨਾਂ ਨੇ ਯੂਜ਼ ਕੀਤਾ ਇਹਦੇ ਵਿੱਚ ਹੰਗਰ ਸਟ੍ਰਾਈਕ ਨੂੰ ਪਹਿਲੀ ਵਾਰ। ਠੀਕ ਹੈ। ਇਹਦੇ ਵਿੱਚ ਉਹਨਾਂ ਨੇ ਕਿਹਦੀ ਹੈਲਪ ਕੀਤੀ ਸੀਗੀ ਕਾਟਨ ਮਿਲ ਵਰਕਰਸ ਦੀ ਅਹਿਮਦਾਬਾਦ। ਜਿਹੜੇ ਓਨਰਸ ਹੈ ਮਿਲ ਦੇ ਉਹ ਚਾਹੁੰਦੇ ਸੀਗੇ ਕਿ ਜਿਹੜੇ ਵਰਕਰਸ ਹੈ ਉਹ ਉਹੀ ਵੇਜ ਦੇ ਉੱਪਰ ਕੰਮ ਕਰੀ ਜਾਣ ਬਟ ਵਰਕਰ ਚਾਹੁੰਦੇ ਸੀਗੇ ਕਿ ਉਹਨਾਂ ਨੂੰ 35% ਜਿਹੜੀ ਵੇਜ ਹੈ ਉਹਨਾਂ ਦੀ ਇਨਕਰੀਜ਼ ਕੀਤੀ ਜਾਵੇ। ਠੀਕ ਹੈ। ਸੋ ਗਾਂਧੀ ਜੀ ਨੇ ਹੰਗਰ ਸਟ੍ਰਾਈਕ ਕੀਤੀ ਇਹ ਚੀਜ਼ ਨੂੰ ਲੈ ਕੇ ਤੇ ਫਾਈਨਲੀ ਜਿਹੜੇ ਵਰਕਰ ਸੀਗੇ ਉਹਨਾਂ ਨੂੰ ਹਾਈਕ ਮਿਲ ਗਿਆ ਸੀ ਆਪਣੀ ਵੇਜਸ ਦੇ ਵਿੱਚ। ਉਹਨਾਂ ਦੀ ਵੇਜ ਬਹੁਤ ਜ਼ਿਆਦਾ ਘੱਟ ਹੁੰਦੀ ਸੀ। ਓਕੇ। ਸੋ ਇਹ ਤਿੰਨ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ।